ਗੁਰੂ ਸਾਹਿਬ ਜੀ। ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ। ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਮਿਹਰ ਸਦਕਾ ਆਪਾਂ ਗੁਰਬਾਣੀ ਸੰਥਿਆ ਅਤੇ ਗੁਰਬਾਣੀ ਕਥਾ ਦੀ ਕਲਾਸ ਵਿੱਚ ਸੰਗਤੀ ਰੂਪ ਵਿੱਚ ਇਕੱਤਰ ਹੋਏ ਹਾਂ। 7 ਜਪਜੀ ਸਾਹਿਬ ਜੀ ਦੀਆਂ ਪੌੜੀਆਂ ਦੀ ਕਥਾ ਅਤੇ ਪਾਠਾਂ ਦੇ ਉਚਾਰਨ ਜਿਹੜੇ ਹਨ ਉਹਨਾਂ ਦੀ ਸੰਪੂਰਨਤਾ ਹੋਈ ਹੈ। ਅੱਗੇ 8ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਜਿਹੜਾ ਇਹਦਾ ਉਚਾਰਨ ਹੈ ਉਹ ਆਪਾਂ ਭੁਲੇਖੇ ਨਾਲ ਨਾ ਜਿੱਦਾਂ ਸੁਣੀਏ ਪੜ੍ਹ ਜਾਂਦੇ, ਸੁਣੀਏ, ਤੇ ਉਹ ਤਾਂ ਅਣਾਣੇ ਨੂੰ ਸਿਹਾਰੀ ਵੀ ਫਿਰ ਕੱਟੀ ਜਾਂਦੀ ਹੈ ਤੇ ਈੜੀ ਲਾਂ ਏ ਲੱਗ ਜਾਂਦੀ ਆ। ਐੜੇ ਦਲਾਵਾਂ ਐ ਕੱਟ ਕੇ ਅਸੀਂ ਈੜੀ ਦਾਵਾਂ ਏ ਲਾ ਦਿੰਦੇ ਆ, ਈੜੀ ਲਾਂ ਏ ਲਾ ਦਿੰਦੇ ਆ। ਸੁਣੀਏ ਸੁਣੀਏ ਇਸ ਤਰ੍ਹਾਂ ਪੜ੍ਹਦੇ ਆ ਅਗਿਆਤ, ਪਰ ਇਹ ਸਿਹਾਰੀ ਹੈ, ਬਿਹਾਰੀ ਨਹੀਂ। ਸੁਣਿਆ ਐੜੇ ਦਲਾਵਾਂ ਐ ਬੋਲਣਾ, ਸੁਣਿਆ ਸੁਣਿਆ ਹਰ ਵਾਰੀ ਸੁਣਿਆ ਹੀ ਬੋਲਣਾ, ਸੁਣੀਏ ਨਹੀਂ ਬੋਲਣਾ। ਤੇ ਵਿਸ਼ਰਾਮ ਵੀ ਸੁਣਿਆ ਤੇ ਲੱਗਣੇ ਸਾਰੇ। ਸੁਣਿਆ ਸਿੱਧ ਪੀਰ ਸੁਰਨਾਥ, ਇਸ ਤਰ੍ਹਾਂ ਇਹਦਾ ਸੁਣਿਆ ਜਿਹੜਾ ਹੈ ਇਹ ਉਚਾਰਨ ਕਰਨਾ। ਹਾਂਜੀ, ਤੇ ਜੇ ਇੱਕ ਗਲਤੀ ਸੁਧਾਰ ਲਾਂਗੇ ਸਮਝ ਲਓ ਵੀ ਇਹ ਜਿਹੜੀਆਂ ਸੁਣਿਆ ਵਾਲੀਆਂ ਪੌੜੀਆਂ ਇਹ ਸਾਰੀਆਂ ਸਾਡੀਆਂ ਠੀਕ ਹੋ ਜਾਣਗੀਆਂ। ਬਾਰ-ਬਾਰ ਜਿਹੜੀਆਂ ਗਲਤੀਆਂ ਅਸੀਂ ਭੁਲੇਖੇ ਨਾਲ ਉਹ ਰਿਪੀਟ ਕਰੀ ਜਾਂਦੇ ਹਾਂ, ਤੇ ਜੇ ਇੱਕ ਗਲਤੀ ਦਰੁਸਤ ਕਰੀਏ ਤੇ ਫਿਰ ਕਿੰਨੇ ਪਾਠ ਜਿਹੜੇ ਆ ਉਹ ਸਾਡੇ ਆਪਣੇ ਆਪ ਹੀ ਸੁੱਧ ਹੋ ਜਾਂਦੇ। ਇਸ ਕਰਕੇ ਵਿਚਾਰਨਾ, ਕਿਉਂਕਿ ਮਹਾਰਾਜ ਜੀ ਨੇ ਗੁਰਬਾਣੀ ਨੂੰ ਆਪਣੇ ਅੰਗ ਕਿਹਾ ਹੈ ਤੇ ਸਤਿਗੁਰੂ ਜੀ ਨੇ 7ਵੇਂ ਸਰੂਪ ਵਿੱਚ ਕਿਹਾ ਸੀ ਕਿ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਜਿਹੜਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਅਦਬ ਨਹੀਂ ਕਰਦਾ, ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਖਿਆ ਸੀ ਕਿ ਉਹ ਸਾਡਾ ਸਿੱਖ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਬਹੁਤ ਅਦਬ ਕਰਨਾ ਤੇ ਸਤਿਗੁਰੂ ਜੀ ਦੇ ਕੋਲੋਂ ਹੀ ਹੱਥ ਜੋੜ ਕੇ ਪੜ੍ਹਨ ਦਾ ਬੋਧ ਮੰਗਣਾ ਕਿ ਮਹਾਰਾਜ ਸਾਨੂੰ ਆਪ ਜੀ ਦੀ ਬਾਣੀ ਸ਼ੁੱਧ ਪੜ੍ਹਨੀ ਆਵੇ। ਆਪ ਕਿਰਪਾ ਕਰਕੇ ਉਚਾਰਨ ਦੱਸੋ ਤੇ ਮਹਾਰਾਜ ਕਿਰਪਾ ਕਰਕੇ ਸ਼ੁੱਧ ਉਚਾਰਨ ਦੀ ਅਤੇ ਵਿਚਾਰਨ ਦੀ ਆਪ ਕਿਰਪਾ ਕਰਕੇ ਬੁੱਧੀ ਤੇ ਪ੍ਰਕਾਸ਼ ਦਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਰ ਵੀ ਦਿੱਤਾ ਸੀ ਦਮਦਮਾ ਸਾਹਿਬ ਦੀ ਧਰਤੀ ਤੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਦਿਆ ਪੜ੍ਹਾਈ ਸੀ ਨਾ, ਉਦੋਂ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਕਲਮਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਸੀ, ਜਿਹੜੀ ਸਿਆਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਿਆਰ ਕੀਤੀ ਸੀ, ਤੇ ਉਹ ਦਵਾਤਾਂ ਤੇ ਉਹ ਕਲਮਾਂ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਆਪ ਪੰਜਾਂ ਪਿਆਰਿਆਂ 'ਚ ਸਤਿਗੁਰੂ ਜੀ ਲੱਗ ਕੇ ਇੱਕ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ, ਜਿਵੇਂ ਅੰਮ੍ਰਿਤ ਆਪਾਂ ਆਏ ਹੋਏ ਜਗਿਆਸੂਆਂ ਨੂੰ ਛਕਾਈਦਾ, ਸਤਿਗੁਰੂ ਜੀ ਨੇ ਇਵੇਂ ਜਿਹੜਾ ਸੀ ਵਿਧੀ ਪੂਰਵਕ ਮਹਾਰਾਜ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੇ ਸਤਿਗੁਰੂ ਜੀ ਨੇ ਸਰੋਵਰ 'ਚ ਪਾਇਆ। ਨਾਲ ਕਲਮਾਂ ਉਹ ਵਾਲੀਆਂ ਪਾਤੀਆਂ ਜਿਨ੍ਹਾਂ ਕਲਮਾਂ ਨਾਲ ਬਾਣੀ ਲਿਖੀ ਗਈ ਸੀ। ਉਹ ਸਿਆਹੀ ਵੀ ਮਹਾਰਾਜ ਸਾਹਿਬ ਜੀ ਸਰੋਵਰ 'ਚ ਪਾਤੀ ਸੱਚੇ ਪਾਤਸ਼ਾਹ ਨੇ, ਤੇ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਗੁਰਦੁਆਰਾ ਲਿਖਣਸਰ ਸਾਹਿਬ। ਤੇ ਹਜ਼ੂਰ ਨੇ ਫਿਰ ਆਗਿਆ ਕੀਤੀ ਸੀ ਕਿ ਜਿਹੜਾ ਕੋਈ ਬੈਲ ਬੁੱਧੀ ਵਾਲਾ, ਭਾਵ ਜਿਹਦੀ ਪਸ਼ੂ ਬਿਰਤੀ ਹੋਵੇ ਤੇ ਜਿਹੜਾ ਅੱਖਰ ਕੋਈ ਵੀ ਨਾ ਪੜ੍ਹਿਆ ਜਾਂਦਾ ਹੋਵੇ ਤੇ ਉਚਾਰਨ ਨਾ ਸੁੱਧ ਆਉਂਦਾ ਹੋਵੇ, ਅਰਥਾਂ ਦਾ ਬੋਧ ਨਾ ਪਤਾ ਲੱਗਦਾ ਹੋਵੇ, ਤੇ ਮਹਾਰਾਜ ਜੀ ਨੇ ਆਖਿਆ ਇੱਥੇ ਆ ਕੇ ਜਿਹੜਾ ਅਰਦਾਸ ਕਰੇਗਾ, 35 ਲਿਖੇਗਾ, ਤੇ ਉਹਨੂੰ ਅੱਖਰਾਂ ਦਾ ਬੋਧ ਅਤੇ ਗੁਰਬਾਣੀ ਦਾ ਸੁੱਧ ਉਚਾਰਨ ਦੀ ਦਾਤ ਜਿਹੜੀ ਆ ਉਹ ਪ੍ਰਾਪਤ ਹੋਵੇਗੀ। ਤੇ ਉੱਥੇ ਜਦੋਂ ਗੁਰਸਿੱਖ ਸੰਗਤਾਂ ਦਰਸ਼ਨ ਕਰਨ ਜਾਂਦੇ ਆ, ਅਸੀਂ ਵੀ ਜਦੋਂ ਵਿਦਿਆਰਥੀ ਰੂਪ ਵਿੱਚ ਪੜ੍ਹਦੇ ਸਾਂ ਤੇ ਸਾਰੇ ਦਰਸ਼ਨ ਜਦੋਂ ਕਰਨ ਜਾਈਦਾ ਸੀ, ਫਿਰ ਉੱਥੇ ਵਿਸ਼ੇਸ਼ ਕਰਕੇ ਜਦੋਂ ਤੁਸੀਂ ਇਹ ਅਰਦਾਸ ਕਰਾਉਣੀ ਹੈ ਅੱਖਰਾਂ ਦੇ ਬੋਧ ਵਾਸਤੇ, ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਤੇ ਫਿਰ ਅਰਦਾਸ ਕਰਾਓ, ਤੇ ਫਿਰ ਉੱਥੇ 35 ਅੱਖਰ ਜਿਹੜੇ ਆ ਉਹ ਲਿਖੋ। ਉੱਥੇ ਨਿੱਕੇ ਨਿੱਕੇ ਬਣਾਏ ਆ ਆਲੇ, ਉਹਦੇ ਵਿੱਚ ਰੇਤ ਹੈ, ਰੇਤ ਨੂੰ ਸਾਫ਼ ਕਰਕੇ ਉੱਤੇ ਜਿਹੜੇ ਆਪਣੀ ਉਂਗਲ ਦੇ ਨਾਲ ਸਾਰੇ ਜਿਵੇਂ ਪਾਉਂਦੇ ਆ ਉਵੇਂ ਫਿਰ ਤੁਸੀਂ ਉਹ ਊੜਾ ਐੜਾ ਜਿਹੜਾ ਨਾ ਉਹ ਸਾਰਾ ਲਿਖੋ, ਤੇ ਸਤਿਗੁਰੂ ਜੀ ਦੇ ਕੋਲੋਂ ਇਸ ਤਰ੍ਹਾਂ ਬੋਧ ਜਿਹੜਾ ਹੈ ਗੁਰਬਾਣੀ ਦਾ ਉਹ ਮੰਗਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀਗਾ। ਗੁਰੂ ਕੀ ਕਾਂਸ਼ੀ ਮਹਾਰਾਜ ਸਾਹਿਬ ਜੀ ਨੇ ਨਾਂ ਰੱਖਿਆ ਸੀ, ਕਿਉਂਕਿ ਜਿਹੜੀ ਵਿੱਦਿਆ ਪੜ੍ਹਨ ਵਿੱਚ ਕਾਂਸ਼ੀ ਮੰਨੀ ਜਾਂਦੀ ਸੀ, ਵਿਦਵਾਨਾਂ ਦਾ ਇੱਕ ਗੜ੍ਹ ਮੰਨਿਆ ਜਾਂਦਾ ਸੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਇਹ ਸਾਡੀ ਕਾਂਸ਼ੀ ਅਖਵਾਏਗੀ। ਗੁਰੂ ਕੀ ਕਾਂਸ਼ੀ ਜਿਹੜੀ ਹੈ, ਇੱਥੇ ਬੜੇ ਬੜੇ ਜਿਹੜੇ ਇਹੋ ਜਿਹੇ ਜਿਨ੍ਹਾਂ ਨੂੰ ਕੋਈ ਅੱਖਰ ਨਹੀਂ ਆਉਂਦਾ ਹੋਏਗਾ, ਉਹ ਵੀ ਜੇ ਇੱਥੇ ਆ ਕੇ ਪੜ੍ਹਨਗੇ ਤੇ ਉਹਨਾਂ ਨੂੰ ਬ੍ਰਹਮ ਵਿੱਦਿਆ ਦੀ ਦਾਤ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਦੀ ਆਗਿਆ ਪਾ ਕੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 5 ਸਰੂਪ ਲਿਖੇ ਸੀਗੇ, ਤੇ ਆਪਣੇ ਹੱਥਾਂ ਨਾਲ ਇੱਕ ਅਰਬੀ ਭਾਸ਼ਾ 'ਚ ਲਿਖਿਆ ਸੀ ਬਾਬਾ ਜੀ ਨੇ ਸਰੂਪ, ਤੇ ਇੱਥੇ ਹੀ ਬਾਬਾ ਜੀ ਨੇ ਵਿੱਦਿਆ ਜਿਹੜੀ ਸੀ ਬ੍ਰਹਮ ਵਿੱਦਿਆ ਉਹ ਸਾਰੇ ਸਿੰਘਾਂ ਵਿੱਚ ਮਹਾਰਾਜ ਦੀ ਬ੍ਰਹਮ ਵਿੱਦਿਆ ਬਖਸ਼ੀ ਹੋਈ, ਉਹ ਪੜ੍ਹਾਉਂਦੇ ਰਹੇ, ਜਿਸ ਕਰਕੇ ਫਿਰ ਇਹ ਚੱਲੀ ਹੋਈ ਟਕਸਾਲ ਦਾ ਨਾਮ ਦਮਦਮੀ ਟਕਸਾਲ ਕਰਕੇ ਪ੍ਰਸਿੱਧ ਹੋਇਆ ਸੀਗਾ। ਤੇ ਅੱਜ ਇਹ 8ਵੀਂ ਪੌੜੀ ਜਿਹੜੀ ਹੈ ਉਹ ਪ੍ਰਾਰੰਭ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਿੱਧਾਂ ਨੇ ਜਿਹੜੇ ਆ ਉਹ ਕਈ ਤਰ੍ਹਾਂ ਦੇ ਸਤਿਗੁਰੂ ਜੀ ਦੇ ਕੋਲ ਜਿੱਥੇ ਪ੍ਰਸ਼ਨ ਕੀਤੇ ਆ, ਉੱਥੇ ਆਪਣੇ ਮਾਤਲ ਵਿੱਚ ਲਿਆਉਣ ਲਈ ਸਤਿਗੁਰੂ ਜੀ ਨੂੰ ਬੜੇ ਸਾਰੇ ਉਹਨਾਂ ਨੇ ਲਾਲਚ ਵੀ ਦਿੱਤੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜੋ ਉਹਨਾਂ ਨੇ 4 ਤੇ 5ਵੀਂ ਪੌੜੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੋਂ ਨਾਮ ਦੀ ਮਹਿਮਾ ਪੁੱਛੀ ਸੀ, ਫਿਰ ਜਾਚਨਾ ਵੀ ਕੀਤੀ ਸੀ। ਸੱਚੇ ਪਾਤਸ਼ਾਹ ਮਹਾਰਾਜ 6ਵੀਂ ਤੇ 7ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਦੱਸਿਆ ਸੀ ਕਿ ਤੀਰਥ ਤੇ ਹੱਠ ਯੋਗ ਦਾ ਜਿਹੜਾ ਨਾ ਉਹ ਕੋਈ ਲਾਭ ਜਿਹੜਾ ਉਹ ਨਹੀਂ ਪ੍ਰਾਪਤ ਹੁੰਦਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਦੱਸਿਆ ਸੀ ਕਿ ਇਹ ਸਹੀ ਜੀਵ ਦੀ ਕਲਿਆਣ ਵਾਸਤੇ ਰਸਤਾ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਇਹ ਬਾਹਰਲੇ ਕਰਮ ਕਾਂਡ ਹੈ ਉਹ ਮਹਾਰਾਜ ਨੇ ਕਿਹਾ ਸੀ ਤੀਰਥ ਯਾਤਰਾ ਆਦਿ ਦੇ ਜਿਹੜੇ ਕਰਮ, ਹੱਠ ਯੋਗ ਆਦਿ ਦੇ ਸਾਧਨ, ਇਹ ਕਾਫੀ ਨਹੀਂ ਹੈ ਕਿ ਪ੍ਰਮਾਤਮਾ ਇਹਨਾਂ ਨਾਲ ਰੀਝ ਕੇ ਪਿਆਰ ਕਰਨ ਲੱਗ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 7ਵੀਂ ਤੇ 6ਵੀਂ ਤੇ 7ਵੀਂ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਕਿ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਪਾਏ ਤੋਂ ਬਿਨਾਂ ਕੋਈ ਵੀ ਜਿਹੜਾ ਨਾ ਸੰਸਾਰ ਦੇ ਅੰਦਰ ਸਾਧਨ ਉਹ ਕਾਰਗਰ ਨਹੀਂ ਹੁੰਦਾ ਹੈ। ਸੱਚੇ ਪਾਤਸ਼ਾਹ ਤੋਂ ਫਿਰ ਜਦੋਂ ਨਾਮ ਦੀ ਸੋਝੀ ਮੰਗੀ
ਤਾਂ ਮਹਾਰਾਜ ਨੇ ਕਿਹਾ ਨਾਮ ਦਾ ਦਾਨ ਕਰਨ ਵਾਲਾ ਵੀ ਸਿੱਧੋ ਉਹ ਪਰਮੇਸ਼ਰ ਆਪ ਹੈ। ਤੇ ਮਹਾਰਾਜ ਨੇ ਫਿਰ ਜਦੋਂ ਨਾਮ ਦੀ ਇਹ ਦੱਸਿਆ ਕਿ ਦਾਤ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਦਿੰਦਾ, ਤੇ ਨਾਲ ਹੀ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਤੇ ਫਲ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ। ਤੇ ਇਹ ਵੀ ਮਹਾਰਾਜ ਆਖਿਆ ਕਿ ਨਾਮ ਨਿਰਵਿਘਨ ਸਿਰੇ ਚੜੇ, ਇਸ ਕਰਕੇ ਦੈਵੀ ਗੁਣਾਂ ਦੀ ਜਿਹੜੀ ਸਾਂਝ ਹੈ ਨਾ ਤੇ ਸੋਝੀ ਹੈ ਉਹ ਧਾਰਨ ਜ਼ਰੂਰ ਕਰਨੀ, ਕਿਉਂਕਿ ਦੈਵੀ ਗੁਣ ਧਾਰਨ ਕੀਤੇ ਤੋਂ ਬਿਨਾਂ ਜਿਹੜੀ ਨਾਮ ਦੀ ਕਮਾਈ ਹੈ ਨਾ ਉਹ ਫਿਰ ਨਿਰਵਿਘਨ ਸਿਰੇ ਨਹੀਂ ਚੜ੍ਹਦੀ ਹੈ। ਤੇ ਦੈਵੀ ਗੁਣ ਜਿਹੜੇ ਉਹ ਧਾਰਨ ਕਰਨੇ ਪੈਂਦੇ, ਜਿਵੇਂ ਜਿਵੇਂ ਨਾਮ ਜਪੀਦਾ ਤਿਵੇਂ ਤਿਵੇਂ ਦੈਵੀ ਗੁਣ ਜਿਹੜੇ ਅੰਦਰ ਆ ਜਾਂਦੇ ਆ। ਇਹ ਸਾਰਾ ਕੁਝ ਜਿਹੜਾ ਹੈ ਉਹ ਕਰ ਸਕਦਾ ਜਿਹੜਾ ਜਗਿਆਸੂ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਸੁਣੇਗਾ ਤੇ ਸੁਣ ਕੇ ਮਨ ਵਿੱਚ ਧਾਰਨ ਕਰੇਗਾ, ਉਸ ਉੱਪਰ ਅਮਲ ਕਰੇਗਾ। ਇਸ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਇਉਂ ਦੱਸਿਆ ਤੇ ਇਹ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੋਂ ਸੁਣਨ ਦੀ ਮਹਿਮਾ ਜਿਹੜੀ ਆ ਨਾਮ ਦੀ ਉਹ ਪੁੱਛਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਇਹ ਨਹੀਂ ਕਿ ਜਿਹੜਾ ਵੇਖੋ ਮਨ ਦੇ ਅੰਦਰ ਪ੍ਰੀਤ ਨਾ ਪੈਦਾ ਕਰਨੀ ਸੁਣ ਕੇ, ਤੇ ਜਦੋਂ ਸਾਡੇ ਅੰਦਰ ਧਿਆਨ ਇਕਾਗਰ ਨਾ ਹੋਵੇ ਫਿਰ ਅਸੀਂ ਸੁਣਦਿਆਂ ਹੋਇਆਂ ਵੀ ਜਿਹੜਾ ਹੈ ਉਹ ਸੁਣ ਨਹੀਂ ਪਾਉਂਦੇ ਹਾਂ। ਤੇ ਸਾਡੇ ਧਿਆਨ ਦੀ ਜਿਹੜੀ ਪ੍ਰਕਿਰਿਆ ਨਾ ਉਹ ਇਕਾਗਰ ਚਾਹੀਦੀ ਹੈ। ਤੇ ਜੇ ਕਰਕੇ ਤੁਸੀਂ ਆਬਾਸੀਆਂ ਲਈਆਂ ਸੰਗਤ ਵਿੱਚ ਬਹਿ ਕੇ ਨੀਂਦ ਤੁਹਾਨੂੰ ਆਉਂਦੀ ਰਹੀ ਆ, ਖਿਆਲਾਂ 'ਚ ਕਿਤੇ ਗੁੰਮ ਰਹੇ ਆ, ਤੇ ਤੁਸੀਂ ਕਹੋ ਮੈਂ ਕਥਾ ਸੁਣ ਕੇ ਆਇਆ ਜਾਂ ਕੀਰਤਨ ਸੁਣ ਕੇ ਆਇਆ, ਨਹੀਂ। ਫਿਰ ਜੇ ਤੁਸੀਂ ਸੁਣ ਵੀ ਲਈ ਤੇ ਉਹਦੇ ਅਨੁਸਾਰ ਧਾਰਨ ਨਹੀਂ ਕੀਤਾ, ਤੇ ਫਿਰ ਮਹਾਰਾਜ ਜੀ ਨੇ ਇਹ ਵੀ ਸ਼ਬਦ ਕਹੇ ਆ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਿਉ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਵਜਾਈਐ ਫੂਕ। ਤੇ ਬਾਂਸ ਦੇ ਵਿੱਚ ਫੂਕ ਮਾਰੀਏ, ਇੱਕ ਕੰਨ ਚੋਂ ਪੈ ਕੇ ਦੂਜੇ ਕੰਨ ਬਾਹਰ ਨਿਕਲ ਜਾਂਦੀ ਹੈ ਨਾ, ਕਿਉਂ? ਫਿਰ ਕਿਹਾ ਕਿ ਸੱਚੇ ਸਤਿਗੁਰੂ ਜੀ ਜਿਹੜੀ ਸਿੱਖਿਆ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ, ਉੱਥੇ ਫਿਰ ਕੀ ਕਰ ਸਕਦੇ ਜਦੋਂ ਸਿੱਖ ਦੇ ਆਪਣੇ ਅੰਦਰ ਹੀ ਧਾਰਨ ਕਰਨ ਤੋਂ ਖਾਲੀ ਹੈ, ਧਾਰਨ ਨਹੀਂ ਕਰਦਾ, ਪ੍ਰੇਮ ਨਹੀਂ ਕਰਦਾ, ਤੇ ਇੱਕ ਕੰਨ 'ਚ ਪਾਉਂਦਾ ਦੂਜੇ 'ਚ ਬਾਹਰ ਕੱਢ ਦਿੰਦੇ ਆ। ਭਾਵ ਜਿਹੜਾ ਹੈ ਸੁਣ ਕੇ ਅਸਰ ਨਹੀਂ ਕਰਦੇ, ਜਾਂ ਸੁਣ ਕੇ ਇਉਂ ਸਮਝਦੇ ਆ ਕਿ ਇਹ ਮੇਰੇ ਮਤਲਬ ਦੀ ਨਹੀਂ ਹੈ। ਤੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਹੜਾ ਸੁਣਨਾ ਨਾ ਪ੍ਰੇਮ ਲਾ ਕੇ ਵਾਹਿਗੁਰੂ ਜੀ ਦੇ ਨਾਮ ਨੂੰ, ਇਹ ਬੜੀ ਕਲਾ ਵਰਤਦੀ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ ਕਰਕੇ ਕੀਤੀ ਕਮਾਈ ਥਾਂ ਪੈਂਦੀ ਹੈ। ਨਾਮ ਨੂੰ ਸੁਣਨ ਨਾਲ ਹਿਰਦੇ ਦੇ ਅੰਦਰ ਜਿਵੇਂ ਆਪਾਂ ਪੇਟ ਜਿਹੜਾ ਆਪਣਾ ਭਰਦਾ ਨਾ ਪ੍ਰਸ਼ਾਦਾ ਮੁਖ ਰਾਹੀਂ ਖਾ ਕੇ ਛਕ ਕੇ, ਤੇ ਇਸ ਤਰ੍ਹਾਂ ਕੰਨਾਂ ਰਾਹੀਂ ਨਾਮ ਸੁਣ ਕੇ ਸਾਡਾ ਹਿਰਦਾ ਤ੍ਰਿਪਤ ਹੋ ਜਾਂਦਾ ਹੈ, ਇਹ ਰੱਜਦਾ ਹੈ। ਤੇ ਇਹ ਨਾਮ ਦਾ ਪਦਾਰਥ ਛਕਣ ਦਾ ਤਰੀਕਾ ਕੰਨਾਂ ਰਾਹੀਂ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਸੁਣਨਾ। ਮਹਾਰਾਜ ਨੇ ਆਖਿਆ ਨਾਮ ਨਿਰੰਜਨ ਨਿਰਮਲਾ, ਜਿਹੜਾ ਨਾਮ ਹੈ ਨਾ ਉਹ ਕਾਲਖ ਤੋਂ ਰਹਿਤ ਹੈ, ਨਿਰਮਲ ਹੈ। ਸੁਣਿਆ ਸੁੱਖ ਹੋਈ, ਸੁਣ ਕਰਕੇ ਸੁੱਖ ਦੀ ਦਾਤ ਪ੍ਰਾਪਤ ਹੁੰਦੀ ਹੈ। ਸੁਣ ਸੁਣ ਮਨ ਵਸਾਈ ਹੈ, ਫਿਰ ਸੁਣ ਸੁਣ ਕੇ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾਈਦਾ ਹੈ। ਬੂਝੈ ਜਨ ਕੋਈ, ਕੋਈ ਵਿਰਲਾ ਜਨ ਜਿਹੜਾ ਨਾ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਭੇਦ ਨੂੰ ਬੁੱਝਦਾ ਹੈ, ਜਾਣਦਾ ਹੈ। ਸਿੱਧਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਪੁੱਛਿਆ ਕਿ ਮਹਾਰਾਜ ਆਪ ਕਿਰਪਾ ਕਰਕੇ ਦੱਸਿਓ ਕਿ ਵਾਹਿਗੁਰੂ ਜੀ ਦੇ ਜਿਹੜੇ ਨਾਮ ਦੇ ਸੁਣਨ ਦੀ ਮਹਿਮਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਿੱਡੀ ਕੁ ਵੱਡੀ ਹੈ, ਆਪ ਕਿਰਪਾ ਕਰਕੇ ਦੱਸੋ। ਸਰਵਣ ਦੀ ਮਹਿਮਾ ਜਦੋਂ ਸਤਿਗੁਰੂ ਜੀ ਦੇ ਕੋਲੋਂ ਪੁੱਛੀ, ਸਿੱਧਾਂ ਨੇ ਬੇਨਤੀ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਵਾਜ ਨੇ ਵਾਹਿਗੁਰੂ ਦੇ ਨਾਮ ਦੇ ਸੁਣਨ ਦਾ ਸੱਚੇ ਪਾਤਸ਼ਾਹ ਜੀ ਨੇ ਫਲ ਦੱਸਿਆ। ਜਦੋਂ ਆਪਾਂ ਸੁਣਦੇ ਆ ਨਾ, ਸਾਡਾ ਸੁਣ ਕੇ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈ। ਕਹਿੰਦੇ ਜਿਹੜਾ ਗੂੰਗਾ ਹੁੰਦਾ ਨਾ ਉਹਦਾ ਵਿਕਾਸ ਫਿਰ ਵੀ ਹੋ ਜਾਂਦਾ ਹੈ, ਜਿਹੜਾ ਪਰ ਬੋਲਾ ਹੁੰਦਾ ਨਾ ਉਹਦਾ ਵਿਕਾਸ ਨਹੀਂ ਹੁੰਦਾ। ਗੂੰਗਾ ਸੁਣ ਸੁਣ ਕੇ ਜਿਹੜਾ ਹੈ ਉਹਦਾ ਜਿਹੜਾ ਹੈ ਉਹ ਵਿਕਾਸ ਹੋ ਜਾਂਦਾ ਹੈ। ਅੰਨਾ ਜਿਹੜਾ ਹੁੰਦਾ ਅੱਖਾਂ ਤੋਂ ਉਹਦਾ ਵੀ ਵਿਕਾਸ ਹੋ ਜਾਂਦਾ ਹੈ, ਪਰ ਜਿਹੜਾ ਬੋਲਾ ਹੁੰਦਾ ਉਹਦਾ ਵਿਕਾਸ ਨਹੀਂ ਹੁੰਦਾ, ਬਹੁਤ
ਘੱਟ ਉਹਦਾ ਵਿਕਾਸ ਹੁੰਦਾ। ਕੰਨਾਂ ਦੇ ਨਾਲ ਸੁਣਨ ਦੀ ਬਹੁਤ ਭਾਰੀ ਮਹਿਮਾ ਹੈ, ਤੇ ਜਦੋਂ ਅੰਦਰੋਂ ਚਿੱਤ ਇਕਾਗਰ ਹੋ ਜਾਂਦਾ ਹੈ ਫਿਰ ਇਹ ਅਨਹਦ ਨਾਦ ਹੀ ਜਿਹੜਾ ਹੈ ਉਹ ਨਾਮ ਉਹ ਸੁਣਨ ਲੱਗ ਜਾਂਦਾ ਹੈ। ਤੇ ਪਹਿਲਾਂ ਜਦੋਂ ਆਪਾਂ ਨਾਮ ਸੁਣੀਏ ਮਨ ਦੀ ਪ੍ਰੀਤ ਲਾ ਕਰਕੇ ਵਾਹਿਗੁਰੂ ਜੀ ਦੇ, ਇਸੇ ਕਰਕੇ ਮਹਾਰਾਜ ਸਤਿਗੁਰੂ ਜੀ ਨੇ ਬਾਣੀ ਦੇ ਕੀਰਤਨ ਸੁਣਨ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਸਤਿਗੁਰੂ ਜੀ ਨੇ ਗੁਰਬਾਣੀ ਦੇ ਜਿਹੜੀ ਕਥਾ ਹੈ ਉਪਦੇਸ਼ ਹੈ ਸੱਚੇ ਪਾਤਸ਼ਾਹ ਜੀ ਦਾ, ਕਥਾ ਵਿੱਚ ਗੁਰਬਾਣੀ ਦਾ ਉਪਦੇਸ਼, ਉਹ ਕਥਾ ਦੁਆਰਾ ਸੁਣਨ ਦਾ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਉਹ ਉਪਦੇਸ਼ ਦ੍ਰਿੜਾਇਆ ਕਿ ਕਥਾ ਉਪਦੇਸ਼ ਜ਼ਰੂਰ ਸੁਣਨਾ। ਇੱਥੇ 52 ਬਚਨ ਜਿਹੜੇ ਮਹਾਰਾਜ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਤੇ ਸੀ, ਉਹਨਾਂ ਵਿੱਚ ਮਹਾਰਾਜ ਨੇ ਇਹੀ ਆਗਿਆ ਕੀਤੀ ਸੀ ਕਿ ਰੋਜ਼ ਸੰਗਤ ਜ਼ਰੂਰ ਕਰਨੀ, ਕਥਾ ਕੀਰਤਨ ਕਰਨਾ ਜਾਂ ਸੁਣਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ। ਤੇ ਗੁਰਮੁਖ ਆਪਣੇ ਮਨ ਦਾ ਜੀਵਨ ਦਾ ਜਿਹੜਾ ਨਾ ਜੀਵਨ ਦੇ ਆਪਣੇ ਮਨ ਦਾ ਇਹ ਰੋਜ਼ ਦਾ ਨਿਯਮ ਬਣਾ ਲੈਂਦੇ ਆ, ਤੇ ਵਾਹਿਗੁਰੂ ਨਾਮ ਨੂੰ ਆਪਣੇ ਕੰਨਾਂ ਨਾਲ ਵੀ ਸੁਣਦੇ ਆ। ਜਦੋਂ ਜਾਪ ਕਰਦੇ ਆ ਉਦੋਂ ਕੰਨਾਂ ਨਾਲ ਸੁਣਦੇ ਆ। ਤੇ ਪਹਿਲਾਂ ਪਹਿਲ ਕੀ ਹੈ, ਜੇ ਤੁਸੀਂ ਜਪੋਗੇ ਨਹੀਂ ਰਸਨਾ ਤੋਂ ਤੇ ਧਿਆਨ ਨਹੀਂ ਇਕਾਗਰ ਹੋ ਸਕਦਾ, ਤੇ ਜਪ ਕੇ ਕੰਨਾਂ ਨਾਲ ਸੁਣੋਗੇ ਨਹੀਂ ਤੇ ਧਿਆਨ ਨਹੀਂ ਟਿਕੂਗਾ। ਜਦੋਂ ਜਪੋਗੇ ਸੁਣੋਗੇ ਫਿਰ ਧਿਆਨ ਬਹੁਤ ਜਲਦ ਇਕਾਗਰ ਹੋਊਗਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਖਿਆ, ਸਿੱਧਾਂ ਨੂੰ ਉੱਤਰ ਦਿੱਤਾ, ਸੁਣਿਆ ਸਿੱਧ ਪੀਰ ਸੁਰਨਾਥ। ਮਹਾਰਾਜ ਕਿਹਾ, ਹੈ ਸਿੱਧੋ, ਵਾਹਿਗੁਰੂ ਦੇ ਨਾਮ ਸੁਣਨ ਦੇ ਨਾਲ ਇਹ ਜਿਹੜੀਆਂ ਪਦਵੀਆਂ ਹਨ ਨਾ ਸੱਚੇ ਪਾਤਸ਼ਾਹ ਪ੍ਰਾਪਤ ਹੁੰਦੀਆਂ ਹਨ। ਸੁਣ ਕੇ ਹੀ ਪਤਾ ਲੱਗਦਾ ਹੈ ਕਿ ਇਸ ਦਾ ਨਾਮ ਸਿੱਧ ਹੈ, ਪੀਰ ਹੈ, ਸੁਰ ਦੇਵਤਾ ਹੈ। ਜੇ ਸੁਣੀਏ ਤਾਂ ਫਿਰ ਹੀ ਪਤਾ ਲੱਗਦਾ ਨਾ। ਤੇ ਇਹ ਪਹਿਲਾ ਅਰਥ ਇਹ ਸਮਝਣਾ ਕਿ ਵਾਹਿਗੁਰੂ ਦੇ ਨਾਮ ਦੇ ਸੁਣਨੇ ਕਰਕੇ ਜਿਹੜੇ ਸਿੱਧ ਹੈ ਨਾ, ਸਿੱਧਾਂ ਕੋਲ ਕੀ ਹੁੰਦੀਆਂ ਸਿੱਧੀਆਂ, ਤੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਹੁੰਦੀਆਂ ਹਨ। ਕਰਾਮਾਤਾਂ ਦਿਖਾ ਕੇ ਲੋਕਾਂ ਨੂੰ ਅਚੰਭਿਤ ਕਰਦੇ ਆ, ਆਪਣੀ ਪੂਜਾ ਪ੍ਰਤਿਸ਼ਠਾ ਵਿੱਚ ਲਾਉਂਦੇ ਆ। ਜਿਸ ਦੀ ਬਾਬਤ ਮਹਾਰਾਜ ਨੇ ਆਖਿਆ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਜਿਹੜੇ ਸਿੱਧ ਵੈ ਇਹਨਾਂ ਕੋਲ ਜਿਹੜੀਆਂ ਸਿੱਧ ਸ਼ਕਤੀਆਂ ਹਨ, ਸਿੱਧੀਆਂ ਹਨ, ਰਿੱਧੀਆਂ ਹਨ, ਉਹ ਵੀ ਨਾਮ ਦੇ ਸੁਣਨੇ ਕਰਕੇ ਹੀ ਪ੍ਰਾਪਤ ਹੋਈਆਂ, ਕਿਉਂਕਿ ਇਹ ਨਾਮ ਦੀ ਮਹਿਮਾ ਨੂੰ ਜਿਹੜੇ ਆ ਸੁਣਦੇ ਆ ਤਾਂ ਸਿੱਧ ਪਦਵੀ ਨੂੰ ਪ੍ਰਾਪਤ ਹੋਏ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਸਿੱਧੋ, ਜਿਹੜੀ ਤੁਹਾਡੇ ਕੋਲ ਸਿੱਧ ਪਦਵੀ ਆ ਨਾ, ਇਹ ਵੀ ਤੁਹਾਡੀ ਨਾਮ ਦੇ ਪ੍ਰਤਾਪ ਕਰਕੇ ਹੀ ਟਿਕੀ ਹੋਈ ਹੈ। ਨਾਮ ਦੇ ਪ੍ਰਤਾਪ ਕਰਕੇ ਹੀ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੁਸੀਂ ਸਿੱਧ ਬਣੇ ਆ। ਸੁਣਨੇ ਨਾਲ ਹੀ ਸਿੱਧ ਪੀਰ ਸੁਰ ਤੇ ਨਾਥ ਆਦਿ ਜਿਹੜੇ ਵੱਡੇ ਆ ਨਾ, ਉਹ ਨਾਮ ਦੇ ਸੁਣਨੇ ਕਰਕੇ ਹੀ ਜਿਹੜੇ ਹਨ ਉਹ ਇਹਨਾਂ ਪਦਵੀਆਂ ਤੇ ਪਹੁੰਚੇ ਹਨ, ਭਾਵ ਪ੍ਰਾਪਤ ਹੋਏ ਹਨ। ਮੁਸਲਮਾਨਾਂ ਦੇ ਪੀਰ ਮੰਨੇ ਆ ਤੇ 33 ਕਰੋੜ ਸੁਰ ਦੇਵਤਾ ਮੰਨਿਆ ਹੈ। ਨਾਥ ਜਿਹੜੇ 9 ਨਾਥ, ਇੱਥੇ 9 ਨਾਥਾਂ ਦੇ ਨਾਂ ਤੇ ਪ੍ਰਸਿੱਧ ਹੈ ਨਾਂਦੇੜ ਸ਼ਹਿਰ, ਤੇ ਉਹ 9 ਨਾਥ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਨਾਮ ਦੇ ਸੁਣਨੇ ਕਰਕੇ ਹੀ ਜਿਹੜੇ ਹਨ ਨਾ ਇਹ ਸਾਰੇ ਜਿਹੜੇ ਆ ਉਹ ਇਹਨਾਂ ਪਦਵੀਆਂ ਨੂੰ ਪ੍ਰਾਪਤ ਹੋਏ ਆ। ਨਾਮ ਦੇ ਸੁਣਨ ਦੀ ਐਡੀ ਵੱਡੀ ਮਹਿਮਾ ਹੈ। ਤੇ 9 ਨਾਥਾਂ ਦੇ ਨਾਮ ਵੀ ਵਿਸ਼ੇਸ਼ ਕਰਕੇ, ਜਿਨ੍ਹਾਂ ਵਿੱਚ ਗੋਰਖਨਾਥ, ਸੂਰਥਨਾਥ, ਮਛਿੰਦਰਨਾਥ, ਮੰਗਲਨਾਥ, ਚਰਪਟਨਾਥ, ਚੰਬਾਨਾਥ, ਇਹਨਾਂ ਦੇ ਨਾਂ ਹਨ। ਤੇ ਸਿੱਧਾਂ ਦੀ ਗਿਣਤੀ ਜਿਹੜੀ ਆ ਉਹ 84 ਆ। 84 ਸਿੱਧ ਜਿਹੜੇ ਮੁੱਖ ਜਿਹੜੇ ਮੰਨੇ ਗਏ ਆ, ਉਹ ਨਾਮ ਦੇ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਇਹਨਾਂ ਪਦਵੀਆਂ ਨੂੰ ਪ੍ਰਾਪਤ ਹੋਏ ਆ। ਨਾਮ ਦੇ ਸੁਣਨ ਦੀ ਮਹਿਮਾ ਜਿਹੜੀ ਹੈ ਉਹ ਬੜੀ ਵੱਡੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜਿੱਦਾਂ ਉਹ ਇੱਕ ਸਾਖੀ ਆਉਂਦੀ ਹੈ ਨਾ, ਜਿਹੜੀ ਪਾਰਬਤੀ ਨੇ ਇੱਕ ਵਾਰੀ ਕਿਹਾ ਸੀ ਸ਼ਿਵਾ ਨੂੰ ਕਿ ਵੀ ਮੈਨੂੰ ਅਮਰ ਕਥਾ ਸੁਣਾਓ, ਤੇ ਉਹ ਸ਼ਿਵਾ ਨੇ ਕਿਹਾ ਵੀ ਚੰਗਾ ਪਾਰਵਤੀ, ਫਿਰ ਤੂੰ ਧਿਆਨ ਨਾਲ ਸੁਣੀ ਵੀ ਸੌਈ ਨਾ। ਕਹਿੰਦੀ ਠੀਕ ਆ। ਤੇ ਉਹ ਫਿਰ ਜਦੋਂ ਸ਼ਿਵਾ ਨੇ ਸੁਣਾਉਣੀ ਸ਼ੁਰੂ ਕੀਤੀ ਸਾਖੀ,
ਅਮਰ ਕਥਾ। ਤੇ ਸ਼ਿਵ ਜਿਹੜੀ ਪਾਰਵਤੀ ਸੀ ਉਹ ਸੁਣਦੀ ਸੁਣਦੀ ਆਲਸ ਕਰ ਗਈ, ਸੌਂ ਗਈ। ਤੇ ਲਾਗੇ ਇੱਕ ਸੁੱਕਾ ਅੰਡਾ ਪਿਆ ਸੀ ਤੋਤੇ ਦਾ, ਤੇ ਉਹ ਜਿਹੜੀ ਕਥਾ ਸੁਣ ਕੇ ਤੇ ਹੈਰਾ ਹੋ ਗਿਆ। ਫਿਰ ਉਹਦੇ ਚੋਂ ਜਿਹੜਾ ਸੀ ਉਹ ਤੋਤਾ ਬਣਿਆ, ਤੇ ਉਹ ਹੰਗਾਰਾ ਦੇਈ ਗਿਆ ਤੋਤਾ। ਸ਼ਿਵ ਜੀ ਸੁਣਾਉਂਦਾ ਰਿਹਾ, ਪਾਰਵਤੀ ਸੌਂ ਗਈ। ਤੇ ਉਹਨੇ ਜਦੋਂ ਕਥਾ ਸਮਾਪਤ ਕੀਤੀ ਸਾਰੀ, ਤੇ ਵੇਖਿਆ ਪਾਰਵਤੀ ਤੇ ਸੁੱਤੀ ਹੈ। ਤੇ ਉਹ ਕਹਿੰਦਾ ਤੂੰ ਹੰਗਾਰਾ ਕੌਣ ਦਿੰਦਾ ਰਿਹਾ? ਕਹਿੰਦੀ ਮਹਾਰਾਜ ਮੈਨੂੰ ਤੇ ਨੀਂਦ ਆ ਗਈ ਸੀ। ਉਹ ਕਹਿੰਦੇ ਹੰਗਾਰਾ ਤੋਤਾ ਦਿੰਦਾ ਰਿਹਾ, ਫੜੋ ਇਹਨੂੰ, ਤੋਤੇ ਨੂੰ ਮਾਰੋ, ਇਹਨੇ ਅੰਮ੍ਰਿਤ ਕਥਾ ਸੁਣ ਲਈ ਆ। ਸ਼ਿਵ ਜੀ ਚੱਕਿਆ ਤਰਸੂਲ ਤੇ ਉਹ ਤੋਤੇ ਦੇ ਪਿੱਛੇ ਲੱਗ ਗਿਆ। ਉਧਰੋਂ ਇਹਨਾਂ ਸਾਖੀਆਂ ਦੀ ਗਵਾਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਦਿੱਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦਿੱਤੀ ਹੈ। ਇਹ ਨਾ ਸਮਝ ਲੈਣਾ ਕਿ ਇਹ ਜਿਹੜੀਆਂ ਹਨ ਉਹ ਹਿੰਦੂਆਂ ਦੀਆਂ ਸਾਖੀਆਂ ਸਾਨੂੰ ਸੁਣਾਈ ਜਾਂਦੇ ਆ, ਕਿਉਂਕਿ ਅੱਜ ਕੱਲ੍ਹ ਜਿਹੜੇ ਕਈ ਆ ਨਾ ਉਹ ਨਾਸਤਿਕਪੁਣੇ ਦਾ ਬਹੁਤ ਪ੍ਰਚਾਰ ਕਰਦੇ ਆ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਸਿੱਖਾਂ ਨੇ ਪੜ੍ਹੀ ਆ, ਉਹ ਪਿੱਛੇ ਲੱਗ ਜਾਂਦੇ, ਹਾਂ ਜੀ ਹਾਂ ਵੇਖੋ ਜੀ ਉਹ ਨਾਂ ਲੈਤਾ ਸ਼ਿਵ ਜੀ ਦਾ, ਤੇ ਚਲੋ ਜੀ ਇਹ ਬਾਹਮਣ ਮਾਤਾ, ਤੇ ਪਾਰਵਤੀ ਦਾ ਨਾਂ ਲੈਤਾ ਜੀ ਇਹ ਬਾਹਮਣ ਮਾਤਾ। ਇਹਨਾਂ ਦੀ ਗਵਾਹੀ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਿੱਚ ਦਿੱਤੀ ਹੈ, ਤੇ ਇਹਨਾਂ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰਾਂ ਜੀ ਨੇ ਦਿੱਤੀ ਹੈ। ਇਸ ਕਰਕੇ ਆਪਣਾ ਜਿਹੜੀ ਗੱਲ ਦਾ ਸਾਨੂੰ ਪਤਾ ਨਾ ਹੋਵੇ ਉਹਦੇ ਤੇ ਨਿਰਣਾ ਨਹੀਂ ਕਰਨਾ ਚਾਹੀਦਾ। ਤੇ ਇਹਨਾਂ ਤੋਂ ਸਮਝਾਇਆ ਹੈ ਮਹਾਰਾਜ ਨੇ ਵੀ ਜਿਹੜੀ ਹੈ ਉਹ ਦਾ ਦ੍ਰਿਸ਼ਟਾਂਤ ਹੁੰਦਾ ਨਾ, ਇੱਕ ਦ੍ਰਿਸ਼ਟਾਂਤ ਦੇਣ ਲਈ, ਤੇ ਦਾ ਦ੍ਰਿਸ਼ਟਾਂਤ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੇ ਕੇ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਕਦਾਚਿਤ ਇਹ ਨਹੀਂ ਕਹਿ ਕੇ ਛੱਡ ਦੇਣਾ ਚਾਹੀਦਾ ਕਿ ਇਹ ਤਾਂ ਜੀ ਬਾਹਮਣ ਮਾਤਾ ਜੀ, ਇਹ ਤਾਂ ਵੇਖੋ ਜੀ ਗੁਰਮਤ ਦਾ ਪ੍ਰਚਾਰ ਨਹੀਂ ਹੈ। ਇਦਾਂ ਆਪਣੇ ਆਪ 'ਚ ਆਪਾਂ ਗੁਰਮਤ ਕਿੱਦਾਂ ਆਪਣੀ ਕੱਢ ਲਾਂਗੇ? ਗੁਰਮਤ ਤਾਂ ਗੁਰੂ ਜੀ ਦੀ ਮੱਤ ਹੈ ਨਾ, ਤੇ ਜੇ ਆਪਣੇ ਆਪ ਹੀ ਨਿਰਣੇ ਕਰਾਂਗੇ ਫਿਰ ਉਹ ਗੁਰਮਤ ਥੋੜਾ ਹੁੰਦੀ ਹੈ, ਉਹ ਮਨਮਤ ਹੁੰਦੀ ਹੈ, ਉਹ ਗੁਰਮਤ ਨਹੀਂ ਹੁੰਦੀ। ਗੁਰਮਤ ਤਾਂ ਉਹ ਜੋ ਗੁਰੂ ਸਾਹਿਬ ਕਹਿ ਰਹੇ ਆ, ਜੋ ਗੁਰੂ ਸਾਹਿਬ ਦੱਸ ਰਹੇ ਆ। ਤੋ ਇਹ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਨਮਦਿਆਂ ਹੀ ਸੁੱਖ ਲਈ ਉਦਾਸੀ। ਇਹ ਜਨਮਦਿਆਂ ਸਾਰੀ ਇਹਨੇ ਉਦਾਸੀ ਧਾਰਨ ਕੀਤੀ ਸੀ। ਉਹ ਇਵੇਂ ਹੈ ਕਿ ਜਿਹੜੇ ਬਿਆਸ ਰਿਖੀ ਜੀ ਸੀ ਨਾ, ਉਹਦੀ ਘਰ ਵਾਲੀ ਮੂੰਹ ਖੋਲ ਕੇ ਵਾਸੀ ਲੈ ਰਹੀ ਸੀ, ਤੇ ਇਹਨੇ ਸ਼ਿਵ ਜੀ ਇਹਦੇ ਮਗਰ ਲੱਗਾ ਸੀ। ਤੇ ਇਹਨੇ ਕੀ ਕੀਤਾ, ਤੋਤਾ ਜਿਹੜਾ ਸੀ ਉਹਦੇ ਵਾਸੀ ਲੈ ਰਹੀ ਸੀ, ਮੂੰਹ ਰਾਹੀਂ ਅੰਦਰ ਪ੍ਰਵੇਸ਼ ਕਰ ਗਿਆ। ਹੁਣ ਇੱਥੇ ਵੀ ਨਾਸਤਿਕ ਸ਼ੰਕਾ ਕਰ ਲੈਂਦੇ ਜੀ ਵੇਖੋ ਮੂੰਹ ਰਾਹੀਂ ਕਿਵੇਂ ਪ੍ਰਵੇਸ਼ ਕਰ ਗਿਆ, ਤੇ ਉਹ ਗਰਭ ਵਿੱਚ ਚਲਿਆ ਗਿਆ, ਇਦਾਂ ਜੀ ਕਿਵੇਂ ਹੋ ਸਕਦਾ ਹੈ? ਬੜੇ ਪ੍ਰਮਾਣ ਨੇ, ਕਿਸੇ ਗੱਲ ਤੇ ਕੋਈ ਸ਼ੰਕਾ ਹੋਵੇ ਤਾਂ ਉਹਦੇ ਪ੍ਰਮਾਣਾਂ ਸਹਿਤ ਇਸ ਨੂੰ ਸਿੱਧ ਕਰ ਦਿਆਂਗੇ, ਕਿਉਂਕਿ ਇਹਨਾਂ ਦੀਆਂ ਗਵਾਹੀਆਂ ਗੁਰੂ ਸਾਹਿਬ ਨੇ ਬਾਣੀ 'ਚ ਦਿੱਤੀਆਂ, ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਦਿੱਤੀਆਂ ਨੇ। ਇਸ ਕਰਕੇ ਕਿਸੇ ਵੀ ਗੱਲ ਤੇ ਸ਼ੰਕਾ ਆਵੇ ਤਾਂ ਭਾਈ ਸਾਹਿਬ ਉਹਨਾਂ ਨੂੰ ਤੁਸੀਂ ਆਪਸ ਵਿੱਚ ਗੁਰਮਤਿ ਕਰ ਲਿਓ, ਤੇ ਕਿਸੇ ਉਹਨਾਂ ਨੂੰ ਕੁਐਸਚਨ ਆਪਣੇ ਲਿਖਾ ਦਿਆ ਕਰਿਓ ਜੇ ਕੋਈ ਹੋਵੇ ਸ਼ੰਕਾ। ਜੇ ਨਹੀਂ ਤਾਂ ਫਿਰ ਚੜ੍ਹਦੀ ਕਲਾ, ਬਹੁਤ ਕਿਰਪਾ, ਫਿਰ ਤਾਂ ਸ਼ਰਧਾ ਨਾਲ ਸੁਣੋ। ਤੇ ਜੇ ਕੋਈ ਆਵੇ ਮਨ ਵਿੱਚ ਖਿਆਲ, ਭਾਈ ਸਾਹਿਬ ਉਹਨਾਂ ਨੂੰ ਲਿਖਾ ਦਿਓ, ਉਹ ਫਿਰ ਆਪਾਂ ਕੋਈ ਵਿਸ਼ੇਸ਼ ਦੀਵਾਨ ਵਿੱਚ ਉਹ ਜਿਹੜੇ ਆ ਕੀਤੇ ਸੰਗਤਾਂ ਦੇ ਪ੍ਰਸ਼ਨ, ਕਿਉਂਕਿ ਕਈ ਸੰਗ ਦੇ ਪੁੱਛਦੇ ਵੀ ਨਹੀਂ ਨਾ ਏਦਾਂ ਚੱਲਦੀ ਕਥਾ 'ਚ, ਫਿਰ ਪੁੱਛਣਾ ਵੀ ਨਹੀਂ ਕਿਉਂਕਿ ਫਿਰ ਰਸ ਟੁੱਟਦਾ ਹੁੰਦਾ। ਪਰ ਲਿਖ ਲਿਆ ਕਰੋ ਵੀ ਇਸ ਗੱਲ ਤੇ ਮੈਨੂੰ ਆਹ ਸ਼ੰਕਾ ਹੈ, ਮੇਰੇ ਮਨ ਦਾ ਸ਼ੰਕਾ ਨਿਵਰਤ ਹੋਣਾ ਚਾਹੀਦਾ। ਤੇ ਉਹ ਫਿਰ ਆਪਾਂ ਭਾਈ ਸਾਹਿਬ ਪ੍ਰਸ਼ਨ ਬੋਲ ਦਿਆ ਕਰਨਗੇ ਤਾਂ ਮੈਨੂੰ ਦੱਸ ਦਿਆ ਕਰਨਗੇ, ਜਾਂ ਤਾਂ ਮੈਂ ਉਹ ਇੱਕ ਇੱਕ ਪ੍ਰਸ਼ਨ ਦਾ ਫਿਰ ਉੱਤਰ ਦੇ ਦਿਆ ਕਰਾਂਗਾ। ਤੇ ਉਹ ਜਿਹੜਾ ਸੀ ਬਿਆਸ ਜੀ ਦੀ ਜਿਹੜੀ ਘਰ ਵਾਲੀ ਸੀ, ਉਹਨਾਂ ਦੇ ਮੂੰਹ ਰਾਹੀਂ ਪ੍ਰਵੇਸ਼ ਕਰਕੇ ਗਰਭ ਵਿੱਚ ਚਲਿਆ ਗਿਆ, ਤੇ ਸ਼ਿਵ ਜੀ ਮਹਾਰਾਜ ਬਾਹਰ ਤਰਸੂਲ ਗੱਡ ਕੇ ਬਹਿ ਗਏ। ਉਹ ਫਿਰ ਜਿਹੜਾ ਸੀ ਜਨਮ ਨਾ ਲਵੇ, ਉਹ 12 ਸਾਲ ਲਗਾਤਾਰ ਉਹ ਮਾਤਾ ਦੇ ਗਰਭ 'ਚ ਰਿਹਾ। ਤੇ ਜਦੋਂ ਮਾਤਾ ਦੇ ਗਰਭ 'ਚ ਰਿਹਾ, ਉਹ ਬਹੁਤ ਜ਼ਿਆਦਾ ਤੰਗ ਹੋਈ, ਬੜਾ ਪਰੇਸ਼ਾਨ ਹੋਈ। ਉਹਨੇ ਫਿਰ ਅਰਦਾਸਾਂ ਕੀਤੀਆਂ, ਤੇ ਫਿਰ ਸਾਰੇ ਦੇਵੀ ਦੇਵਤੇ, ਪਰ ਸ਼ਿਵਾ ਨੂੰ ਕੌਣ ਠਾਵੇ? ਉਹ ਕਹਿੰਦਾ ਮੈਨੂੰ ਮਾਰ ਦੇਣਾ ਇਹਨਾਂ, ਮੈਂ ਨਹੀਂ ਜਨਮ ਲੈਣਾ। ਤੇ ਉਹ ਫਿਰ ਨਾਰਦ ਜੀ ਆਏ, ਕਹਿੰਦੇ ਮੈਂ ਠਾ ਕੇ ਆਉਣਾ ਸ਼ਿਵਾ ਨੂੰ। ਨਾਰਦ ਜੀ ਕਹਿਣ ਲੱਗੇ, ਮੱਥਾ ਟੇਕਿਆ ਆ ਕੇ, ਮਹਾਰਾਜ ਸ਼ਿਵ ਜੀ, ਮਹਾਰਾਜ ਜੀ ਤੁਸੀਂ ਇੱਥੇ ਬੈਠੇ ਹੋ? ਕਹਿੰਦੇ ਆ ਜਿਹੜਾ ਨਾ ਬਿਆਸ ਦੇ ਘਰ ਵਾਲੀ ਦੇ ਮੂੰਹ ਰਾਹੀਂ ਪ੍ਰਵੇਸ਼ ਕਰ ਗਿਆ, ਇਹ ਜਨਮ ਲਊਗਾ ਤਾਂ ਮੈਂ ਇਹਨੂੰ ਮਾਰ ਕੇ ਜਾਣਾ, ਤਾਂ ਬੈਠਾ ਇੱਥੇ। ਤੇ ਨਾਰਦ ਜੀ ਕਹਿੰਦੇ ਭਗਵਾਨ ਸ਼ਿਵ ਜੀ ਵੀ ਮੇਰੀ ਇੱਕ ਬੇਨਤੀ ਹੈ, ਮੇਰਾ ਪ੍ਰਸ਼ਨ ਹੈ ਇੱਕ ਤੁਹਾਡੇ ਚਰਨਾਂ 'ਚ, ਤੇ ਵੀ ਤੁਸੀਂ ਬੈਠੇ ਕਿਉਂ ਆ? ਕਹਿੰਦਾ ਜੀ ਇਹਨੇ ਅਮਰ ਕਥਾ ਸੁਣ ਲਈ ਹੈ, ਇਸ ਕਰਕੇ ਮੈਂ ਮਾਰ ਕੇ ਜਾਣਾ।
ਤੇ ਨਾਰਦ ਜੀ ਕਹਿਣ ਲੱਗੇ ਮਹਾਰਾਜ ਹੁਣ ਦੂਜਾ ਪ੍ਰਸ਼ਨ ਫਿਰ ਮੇਰੇ ਮਨ 'ਚ ਆ ਗਿਆ। ਕਹਿੰਦੇ ਦੱਸ। ਕਹਿੰਦੇ ਮਹਾਰਾਜ ਤੁਹਾਡੀ ਅਮਰ ਕਥਾ ਦਾ ਫਲ ਕੀ ਆ? ਕਹਿੰਦੇ ਨਾਰਦ ਜਿਹੜਾ ਮੇਰੀ ਅਮਰ ਕਥਾ ਸੁਣ ਲੈਂਦਾ ਨਾ ਉਹ ਮਰਦਾ ਨਹੀਂ। ਤੇ ਕਹਿੰਦੇ ਮਹਾਰਾਜ ਤੁਸੀਂ ਇੱਥੇ ਤ੍ਰਿਸ਼ੂਲ ਕਿਉਂ ਗੱਡੀ ਬੈਠੇ ਆ? ਫਿਰ ਅਮਰ ਕਥਾ ਜੇ ਉਹਨੇ ਸੁਣ ਲਈ ਆ ਤੇ ਮਰਨਾ ਤਾਂ ਉਹਨੇ ਹੈ ਨਹੀਂ, ਤੇ ਤੁਸੀਂ ਇੱਥੇ ਕਿਉਂ ਤ੍ਰਿਸ਼ੂਲ ਗੱਡ ਕੇ ਬੈਠੇ ਆ? ਸ਼ਿਵ ਜੀ ਉੱਠਿਆ, ਢਿੱਲੇ ਜੇ ਕੰਨ ਕਰਕੇ ਤੁਰ ਪਿਆ ਉੱਥੋਂ। ਫਿਰ ਵੀ ਵਾਕਿਆ ਤੇ ਹੁਣ ਮਰਨਾ ਨਹੀਂ ਇਹਨੇ। ਜਦੋਂ ਸ਼ਿਵ ਜੀ ਗਿਆ ਤੇ ਫਿਰ ਉਹਨੂੰ ਕਹਿੰਦੇ ਆ ਵੀ ਤੂੰ ਜਨਮ ਲੈ। ਉਹ ਫਿਰ ਕਹਿੰਦਾ ਵੀ ਪਰਮੇਸ਼ਰ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਣੀ ਮਾਇਆ ਰੋਕੋ, ਮੈਂ ਫੇਰ ਜਨਮ ਲੈਣਾ। ਫਿਰ ਮਾਇਆ ਰੋਕੀ ਪਰਮੇਸ਼ਰ ਨੇ। ਤਾਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਨਮਦਿਆਂ ਹੀ ਸੁੱਖ ਲਈ ਉਦਾਸੀ, 12 ਵਰੇ ਗਰਭਾਸ ਵਸ। ਇਹ ਵੀ ਲਿਖਿਆ 12 ਸਾਲ ਗਰਭ ਵਿੱਚ ਰਿਹਾ ਸੀ, 12 ਸਾਲ ਇਹ ਲਿਖਿਆ ਭਾਈ ਗੁਰਦਾਸ ਸਾਹਿਬ ਨੇ। ਤੇ ਜਨਮਦਿਆਂ ਹੀ ਸੁੱਖ ਲਈ ਉਦਾਸੀ, ਜਨਮ ਧਾਰਦਿਆਂ ਹੀ ਉਦਾਸੀ ਲੈ ਲਈ, ਭਾਵ ਜੰਗਲ ਨੂੰ ਤੁਰ ਪਿਆ ਸੀ। ਹੁਣ ਇਹ ਸਾਰੀਆਂ ਹੈਰਾਨੀਜਨਕ ਗੱਲਾਂ ਨੇ, ਬੁੱਧੀ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ, ਮਨ ਨਹੀਂ ਇਹਨਾਂ ਗੱਲਾਂ ਤੇ ਮੰਨਦਾ। ਤੇ ਪਰ ਜਦੋਂ ਆਪਾਂ ਨਾਮ ਦੀ ਮਹਿਮਾ ਸੁਣੀਏ ਹੌਲੀ ਹੌਲੀ ਸਭ ਕੁਝ ਪਤਾ ਲੱਗਣ ਲੱਗ ਜਾਂਦਾ। ਅਸੀਂ ਕਿਸੇ ਕਰਾਮਾਤ ਨਾਲ ਨਹੀਂ ਜੋੜਨ ਦੀ ਸਿੱਖਿਆ ਦਿੰਦੇ, ਗੁਰੂ ਸਾਹਿਬ ਨੇ ਸਾਨੂੰ ਨਹੀਂ ਦਿੱਤੀ, ਪਰ ਨਾਮ ਨਾਲ ਸਾਰੀਆਂ ਹੀ ਕਰਾਮਾਤਾਂ ਵਰਤ ਜਾਂਦੀਆਂ। ਇਹੋ ਜਿਹੀ ਕੋਈ ਚੀਜ਼ ਜਿਹੜੀ ਅਣਹੋਈ ਜਿਹੜੀ ਨਾ ਹੁੰਦੀ ਹੋਵੇ ਉਹ ਵੀ ਹੋ ਜਾਂਦੀ ਹੈ ਨਾਮ ਦੇ ਨਾਲ। ਤੇ ਜਦੋਂ ਇਹ ਨਾਮ ਦੀ ਉਹ ਅਮਰ ਕਥਾ ਜਿਹੜੀ ਸੀ ਉਹ ਸੁਣ ਕੇ ਭਾਵ ਉਹ ਅਮਰਾ ਪਦਵੀ ਨੂੰ ਪ੍ਰਾਪਤ ਹੋ ਗਿਆ। ਇਹ ਤਾਂ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਜਿਹੜਾ ਸੀ ਉਹ ਸੁਖਦੇਵ ਮੁਨੀ ਦੇ ਰੂਪ ਵਿੱਚ ਫਿਰ ਉਹਦਾ ਜਨਮ ਹੋਇਆ ਸੀ। ਅੱਗੇ ਉਹ ਸਾਖੀ ਲੰਬੀ ਹੈ, ਉਹ ਹੋਰ ਦ੍ਰਿਸ਼ਟਾਂਤਾਂ ਤੋਂ ਢਕਾਈ ਦੀ ਹੈ। ਤੇ ਭਾਵ ਕਹਿਣ ਤੋਂ ਕਿ ਜੇ ਅਮਰ ਕਥਾ ਸੁਣਨ ਨਾਲ ਉਹ ਇਹੋ ਜਿਹੀ ਪਦਵੀ ਨੂੰ ਪ੍ਰਾਪਤ ਹੋ ਸਕਦਾ, ਤੇ ਮਹਾਰਾਜ ਕਹਿੰਦੇ ਨਾਮ ਦੇ ਸੁਣਨ ਨਾਲ ਸਿੱਧੋ ਕੀ ਫਲ ਜਿਹੜਾ ਉਹ ਨਹੀਂ ਪ੍ਰਾਪਤ ਹੋ ਸਕਦਾ। ਜਿੰਨੇ ਵੀ 84 ਸਿੱਧ ਹਨ ਤੇ ਜਿਹੜੇ ਇਸ ਪ੍ਰਕਾਰ ਮੁਸਲਮਾਨਾਂ ਦੇ ਪੀਰ ਹਨ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਸੁਰ ਦੇਵਤੇ ਆ 33 ਕਰੋੜ ਅਜਾਨ ਸੰਗਿਆ ਵਾਲੇ, ਤੇ ਨਾਥ ਹਨ 9 ਨਾਥ, ਜਾਂ ਉੱਦਾਂ ਜਿਨ੍ਹਾਂ ਨੂੰ ਵੱਡੇ ਕਹਿੰਦੇ ਆ। ਮਹਾਰਾਜ ਕਹਿੰਦੇ ਭਾਈ ਇਹ ਸਾਰੇ ਨਾਮ ਦੇ ਸੁਣਨ ਨਾਲ ਜਿਹੜੇ ਹਨ ਬਣੇ ਹਨ, ਤੇ ਨਾਮ ਦੇ ਸੁਣਨ ਨਾਲ ਇਹਨਾਂ ਨੂੰ ਤਾਕਤਾਂ ਸ਼ਕਤੀਆਂ ਜਿਹੜੀਆਂ ਉਹ ਪ੍ਰਾਪਤ ਹੋਈਆਂ। ਫਿਰ ਮਹਾਰਾਜ ਕਿਹਾ ਸੁਣਿਆ ਧਰਤ ਧਵਲ ਆਕਾਸ਼। ਵਾਹਿਗੁਰੂ ਜੀ ਦੇ ਨਾਮ ਦੇ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੀ ਧਰਤੀ ਹੈ ਇਹਦੇ ਥੱਲੇ ਜਿਹੜਾ ਧਵਲਾ ਬਲਦ ਤੁਸੀਂ ਮੰਨਦੇ ਆ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਧਰਮ ਰੂਪੀ ਹੀ ਧਵਲਾ ਬਲਦ ਵੈ। ਧਰਤੀ ਨਾਮ ਦੇ ਸੁਣਨ ਕਰਕੇ ਟਿਕੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਆਕਾਸ਼ ਵੈ ਬਿਨ ਥੰਮਾ ਗਗਨ ਰਹਾਇਆ ਕਿਹਾ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ, ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਧਰਤੀ ਜਿਹੜੀ ਹੈ ਨਿਰਾਧਾਰ ਖੜੋਤੀ ਹੋਈ ਹੈ। ਕੋਈ ਧਰਤੀ ਥੱਲੇ ਕੋਈ ਥੰਮਲਾ ਥੋੜੋ ਹੈ। ਇਹ ਵਾਯੂਮੰਡਲ ਦੇ ਅੰਦਰ ਧਰਤੀ ਵੀ ਜਿਹੜੀ ਆ ਬਾਕੀ ਗ੍ਰਹਿਾਂ ਦੀ ਤਰ੍ਹਾਂ ਜਿਹੜੀ ਆ ਉਹ ਬਿਨਾਂ ਹੀ ਆਸਰੇ ਤੋਂ ਖਲੋਤੀ ਹੋਈ ਹੈ। ਫਿਰ ਧੌਲਾ ਜਿਹੜਾ ਹੈ ਧਰਮ, ਉਹ ਵੀ ਨਾਮ ਦੇ ਆਸਰੇ ਤੇ ਮਹਾਰਾਜ ਕਹਿੰਦੇ ਧਰਮ ਟਿਕਿਆ ਹੋਇਆ। ਜੇ ਨਾਮ ਨਹੀਂ ਹੋਵੇ ਤੇ ਧਰਮ ਥੋੜਾ ਕੋਈ ਨਿਭ ਸਕਦਾ ਹੈ। ਤੇ ਧਰਤੀ ਨੂੰ ਆਕਾਸ਼ ਵਿੱਚ ਜਿਹੜਾ ਹੈ ਉਹ ਚੱਕੀ ਖੜਾ ਹੈ, ਇਸ ਪ੍ਰਕਾਰ ਉਹ ਧਰਮ ਹੀ ਹੈ। ਅਤੇ ਜਿਹੜਾ ਧਵਲਾ ਬਲਦ ਹੈ ਤੇ ਆਕਾਸ਼ ਨਿਰਾਧਾਰ ਖੜਾ ਹੈ। ਬਿਨ ਥੰਮਾ ਗਗਨ ਰਹਾਇਆ, ਸੁਨਹੁ ਧਰਤ ਆਕਾਸ਼ ਉਪਾਏ, ਬਿਨ ਥੰਮਾ ਰਾਖੇ ਸੱਚ ਕਲ ਪਾਏ। ਇਉਂ ਪਰਮੇਸ਼ਰ ਦੇ ਨਾਮ ਦੇ ਸਰਵਣ ਦੇ ਮਹਾਤਮ ਦੇ ਆਸਰੇ ਹੀ ਧਰਤੀ ਨਿਰਾਧਾਰ ਖੜੀ ਹੈ। ਧਵਲਾ ਜਿਹੜਾ ਧਰਮ ਰੂਪੀ ਧਵਲਾ ਬਲਦ ਹੈ ਧਰਤੀ ਨੂੰ ਚੱਕੀ ਖੜਾ ਹੈ, ਭਾਵ ਧਰਮ ਦੇ ਆਸਰੇ ਤੇ ਧਰਤੀ ਖੜੀ ਹੈ, ਨਾ ਕਿ ਉਸ ਧਵਲੇ ਬਲਦ ਤੇ। ਅੱਗੇ ਇਹਦਾ ਵਿਸਥਾਰ ਆ ਜਾਏਗਾ, ਇਸ ਕਰਕੇ ਇਹਦਾ ਵਿਸਥਾਰ ਮੈਂ ਜ਼ਿਆਦਾ ਨਹੀਂ ਕੀਤਾ। ਅਤੇ ਜਿਹੜੇ ਆਕਾਸ਼ ਦੀ ਨਿਆਈ ਸਵਰਗ ਲੋਕ ਹੈ, ਬ੍ਰਹਮ ਲੋਕ ਹੈ ਆਦਿਕ ਜਿਹੜੇ ਆਕਾਸ਼ ਵਿੱਚ ਨਿਰਾਧਾਰ ਖੜੇ ਹੈ। ਉੱਥੇ ਜਿਵੇਂ ਕੋਈ ਬ੍ਰਹਮ ਲੋਕ ਦਾ ਜ਼ਿਕਰ ਕਰਨਾ ਹੈ, ਸ਼ਿਵ ਲੋਕ ਦਾ ਜ਼ਿਕਰ ਕਰਨਾ, ਤੇ ਜਿਵੇਂ ਤਾਂ ਨੂੰ ਹੱਥ ਕਰ ਦਿੰਦੇ ਆ ਨਾ, ਤੇ ਫਿਰ ਕਈ ਉਹ ਸੋਚਦੇ ਵੀ ਉੱਥੇ ਕਿਹੜਾ ਉੱਤੇ ਕੋਈ ਚੀਜ਼ ਨੀਂਹ ਪੱਥਰ ਰੱਖਿਆ ਜਾਂਦਾ ਹੋਊਗਾ, ਜਾਂ ਕੋਈ ਮਹਿਲ ਕਿੱਦਾਂ ਚਿਣੇ ਜਾਂਦੇ ਹੋਊਗੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਕਾਸ਼ ਵਿੱਚ ਵੀ ਬਹੁਤ ਰਚਨਾ ਹੈ। ਜਿਹੜੇ ਆਕਾਸ਼ ਲੋਕ ਹਨ ਨਾ, ਇਹ ਵੀ ਬਿਨਾਂ ਹੀ ਥੰਮੇ ਤੋਂ ਵਾਹਿਗੁਰੂ ਦੇ ਨਾਮ ਦੇ ਆਸਰੇ ਤੇ ਜਿਹੜਾ ਹਨ ਨਿਰਾਧਾਰ ਇਸ ਪ੍ਰਕਾਰ ਸਾਰੇ ਹੀ ਖੜੇ ਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ,
नाम के धारे आगास पाताल, नाम के धारे सगल आकार, नाम के धारे पुरिया सब, नाम कै संग उधरे सुन श्रवण। ਕੰਨਾਂ ਨਾਲ ਸੁਣਨ ਕਰਕੇ ਉਧਰ ਜਾਈਦਾ, ਪਾਰ ਉਤਾਰਾ ਹੁੰਦਾ। ਇਹ ਜਿਹੜੀ ਧਰਤੀ ਹੈ ਨਾ, ਇਹ ਇਹਦੇ ਥੱਲੇ ਕੋਈ ਕਿਸੇ ਪ੍ਰਕਾਰ ਦਾ ਜਿਹੜਾ ਆਸਰਾ ਨਾ, ਉਹ ਹੁਣ ਤਾਂ ਜਿਹੜੀ ਆ ਖੋਜ ਕਰ ਕਰਕੇ ਵੀ ਇਹ ਜਿਹੜੇ ਆ ਉਹ ਵੀ ਦੱਸਦੇ ਆ ਕਿ ਇੱਕ ਇਹੋ ਜਿਹੀ ਜਿਹੜੀ ਹੈ ਉਹ ਸਾਊਂਡ ਹੋ ਰਹੀ ਹੈ, ਤੇ ਜਿਸ ਦੇ ਸਾਊਂਡ ਦੇ ਆਸਰੇ ਤੇ ਕਹਿੰਦੇ ਆ ਉਹ ਧਰਤੀ ਜਿਹੜੀ ਆ ਖਲੋਤੀ ਹੋਈ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਨਾਮ ਦੀ ਸੁਰ ਜਿਹੜੀ ਆ ਨਾ ਉਹ ਹਰ ਸਮੇਂ ਪ੍ਰਗਟ ਹੋ ਰਹੀ ਹੈ। ਨਾਮ ਦੀ ਸੁਰ ਉਹ ਹੈ ਓੰਕਾਰ, ਇਹ ਸੁਰ ਹੋ ਰਹੀ ਹੈ ਹਰ ਵੇਲੇ। ਤੇ ਓੰਕਾਰ ਦੀ ਜਿਹੜੀ ਆ ਧੁਨ ਇਹ ਪੂਰੀ ਜਾ ਰਹੀ ਹੈ। ਇਸ ਧੁਨ ਦੀ ਜਿਹੜੀ ਹੈ ਨਾ ਸੁਰ ਦੀ ਜਿਹੜੀ ਹੈ ਆਵਾਜ਼, ਇਹਦੇ ਆਸਰੇ ਤੇ ਧਰਤੀ ਪਤਾਲ ਆਕਾਸ਼ ਸਭ ਇਹਦੇ ਆਸਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਖੜੇ ਆ। ਤੇ ਜਿਹੜਾ ਆਪਾਂ ਆਪਣੀਆਂ ਅੱਖਾਂ ਨਾਲ ਜਦੋਂ ਤੱਕਦੇ ਹਾਂ ਤੇ ਸਾਨੂੰ ਉਹ ਚੀਜ਼ਾਂ ਦਿਸਦੀਆਂ ਜਿਹੜੀ ਸਾਡੀ ਨਿਗਾਹ ਜਿੱਥੋਂ ਵੱਜ ਕੇ ਵਾਪਸ ਮੁੜਦੀ ਹੈ। ਤੇ ਜਿਹੜੀਆਂ ਅਦ੍ਰਿਸ਼ ਚੀਜ਼ਾਂ ਹਨ ਨਾ ਉਹ ਸਾਨੂੰ ਦਿਖਾਈ ਨਹੀਂ ਦਿੰਦੀਆਂ। ਜਿਵੇਂ ਸਾਊਂਡ ਹੈ ਇਹ ਸਾਨੂੰ ਦਿਖਾਈ ਥੋੜ੍ਹਾ ਦਿੰਦੀ ਹੈ। ਜਦੋਂ ਆਵਾਜ਼ ਮਾਰਦੇ ਆਪਾਂ ਕਿਸੇ ਨੂੰ ਤੇ ਆਵਾਜ਼ ਕੰਨਾਂ ਨਾਲ ਸੁਣ ਹੀ ਸਕਦੇ ਹਾਂ, ਦਿਖਾਈ ਥੋੜ੍ਹਾ ਅੱਖਾਂ ਨਾਲ ਦਿੰਦੀ ਹੈ ਆਵਾਜ਼। ਇਸ ਤਰ੍ਹਾਂ ਜਿਹੜੀ ਇਹ ਓੰਕਾਰ ਦੀ ਧੁਨ ਹੋ ਰਹੀ ਹੈ ਨਾ, ਇਹ ਸਾਊਂਡ ਹੋ ਰਹੀ ਹੈ, ਆਵਾਜ਼ ਹੋ ਰਹੀ ਹੈ। ਇਹਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਹਾਂ ਇਹਨੂੰ ਕੰਨਾਂ ਨਾਲ ਸੁਣਿਆ ਜ਼ਰੂਰ ਜਾ ਸਕਦਾ, ਪਰ ਸੁਣਨ ਲਈ ਫਿਰ ਇਕਾਗਰਤਾ ਚਾਹੀਦੀ ਹੈ। ਸੁਣਨ ਵਾਸਤੇ ਇਕਾਗਰਤਾ ਚਾਹੀਦੀ ਹੈ। ਜਦੋਂ ਸਾਡਾ ਮਨ ਇਕਾਗਰ ਹੋ ਜਾਂਦਾ ਹੈ ਤੇ ਫਿਰ ਜਿੰਨੀ ਆਵਾਜ਼ ਹੁੰਦੀ ਹੈ ਨਾ ਉਹ ਸਾਰੀ ਨਾਮ ਰੂਪ ਹੈ। ਜੇਤਾ ਸੁਣਨਾ ਤੇਤਾ ਨਾਮ, ਉਹਨਾਂ ਨਾਮ ਹੀ ਸੁਣਨ ਲੱਗ ਜਾਂਦਾ। ਜਿਵੇਂ ਮਹਾਰਾਜ ਨੇ ਫਿਰ ਆਖਿਆ ਨਾ ਕਿ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਸਾਰੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਿਹੜੇ ਆ ਨਾ ਉਹ ਜਪ ਰਹੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ। ਫਿਰ ਮਹਾਰਾਜ ਨੇ ਕਿਹਾ ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਨ ਘਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹਨੂੰ ਸੁਣਨ ਲੱਗ ਪੈਂਦਾ ਨਾਮ, ਕਿ ਜੋ ਵੀ ਨਾਦ ਅਲਾਪਿਆ ਜਾ ਰਿਹਾ ਹੈ, ਜਿਹੜੇ ਬੱਦਲਾਂ ਦੀ ਆਵਾਜ਼ ਆਉਂਦੀ ਹੈ, ਜਾਂ ਮੋਰ ਬੋਲਦੇ ਆ, ਹਿਰਨ ਬੋਲਦੇ ਆ, ਪਸ਼ੂ ਪਕਸ਼ੀ ਆਵਾਜ਼ਾਂ ਕਰਦੇ ਆ, ਇਹ ਸਾਰੀਆਂ ਆਵਾਜ਼ਾਂ ਜਿਹੜੀਆਂ ਬਿਨ ਹਰ ਜਾਪਤ ਹੈ ਨਹੀਂ ਹੋਰ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਜਪਣ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਬੋਲਦੇ। ਇਹ ਸਾਰੇ ਵਾਹਿਗੁਰੂ ਵਾਹਿਗੁਰੂ ਹੀ ਬੋਲਦੇ ਆ। ਜਦੋਂ ਟਿਕ ਜਾਂਦਾ ਹੈ ਸਾਡਾ ਮਨ, ਉਦੋਂ ਸਾਨੂੰ ਨਾਮ ਸੁਣਨ ਲੱਗ ਜਾਂਦਾ ਹੈ। ਇਸ ਨਾਮ ਦੇ ਆਸਰੇ ਨਾਮ ਸ਼ਬਦ ਵੈ, ਸ਼ਬਦ ਸਾਊਂਡ ਇਹ ਸਮਝਣਾ। ਤੇ ਸਾਊਂਡ ਅੱਖਾਂ ਨਾਲ ਨਹੀਂ ਦਿਸਦੀ, ਉਹਨੂੰ ਸੁਣਿਆ ਜਾਂਦਾ ਹੈ। ਤੇ ਜਦੋਂ ਆਪਾਂ ਇਕਾਗਰਚਿਤ ਹੋ ਕਰਕੇ ਸੁਣੀਏ, ਇਹ ਜਿਹੜੀ ਧੁਨ ਪੂਰੀ ਜਾ ਰਹੀ ਹੈ ਨਾ, ਤੇ ਇਸ ਧੁਨ ਦੇ ਆਸਰੇ ਤੇ ਹੀ, ਇਹ ਨਹੀਂ ਇਕੱਲੀ ਵੀ ਧਰਤੀ ਖੜੀ ਹੈ ਜਾਂ ਧਰਮ ਖੜਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਸਾਡੇ ਸਰੀਰ ਦਾ ਸਾਰਾ ਦਾਰੋ ਮਦਾਰ ਵੀ ਇਹਦੇ ਤੇ ਹੀ ਖੜਾ ਹੈ। ਜਦੋਂ ਜਿਹੜੇ ਭਗਤ ਵੈ ਉਹ ਫਿਰ ਸਾਊਂਡ ਵਿੱਚ, ਸ਼ਬਦ ਵਿੱਚ, ਭਜਨ ਵਿੱਚ ਆਪਣਾ ਚਿੱਤ ਜੋੜਦੇ ਆ, ਤੇ ਉਹ ਸਰੀਰ ਦੀ ਪ੍ਰਕਿਰਿਆ ਆਪਣੇ ਆਪ ਹੀ ਸਾਰੀ ਜਿਹੜੀ ਆ ਨਾ ਉਹ ਉਲਟ ਕੇ ਸਹੀ ਰੂਪ ਵਿੱਚ ਆ ਜਾਂਦੀ ਹੈ। ਹੁਣ ਸਾਡੇ ਸਰੀਰ ਦੇ ਅੰਦਰ ਹੀ ਸਾਰਾ ਕੁਛ ਹੈ, 6 ਚੱਕਰ ਵੀ ਹੈ, ਤੇ 10 ਦੁਆਰ ਵੀ ਹੈ, ਤ੍ਰਿਕੁਟੀ ਵੀ ਹੈ, ਸਾਰਾ ਕੁਛ ਹੀ ਹੈ ਨਾ। ਭੁਜੰਗਮਾ ਨਾੜੀ ਵੀ ਹੈ, ਸੁਖਮਨਾ ਨਾੜੀ ਵੀ ਹੈ, ਇੜਾ ਵੀ ਹੈ, ਪਿੰਗਲਾ ਵੀ ਹੈ, ਸਾਰਾ ਕੁਛ ਹੀ ਅੰਦਰ ਹੈ। ਤੇ ਪਰ ਇਹਦਾ ਜਿਹੜੀ ਆ ਸੋਝੀ ਨਹੀਂ ਹੈਗੀ। ਤੇ ਜੋਗੀ ਯੋਗ ਨਾਲ, ਪ੍ਰਾਣਾਯਾਮ ਨਾਲ, ਪਰ ਮਹਾਰਾਜ ਨੇ ਕਿਹਾ ਨਾਮ ਦੇ ਸੁਣਨ ਨਾਲ ਸਿੱਧ ਪਦਵੀ ਨੂੰ ਪਹੁੰਚ ਜੀਦਾ। ਮਹਾਰਾਜ ਦੇ ਗੁਰਸਿੱਖ ਜਿਹੜੇ ਆ ਨਾ, ਜੇ ਸਿੱਧ 10 ਦੁਆਰ ਵਿੱਚ ਚੜ ਜਾਂਦੇ ਤੇ ਗੁਰੂ ਕੇ ਸਿੱਖਾਂ ਨੂੰ ਤੇ ਸੁਤੇ ਹੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਨਾਮ ਦੇ ਸੁਣਨ ਨਾਲ। ਜਿਹੜੇ ਵੱਡੇ ਵੱਡੇ ਪੀਰ ਬਣਦੇ ਆ ਉਹ ਨਾਮ ਦੇ ਸੁਣਨ ਕਰਕੇ ਤੇ ਜਿਹੜਾ ਹੈ ਆਪਣੀਆਂ
ਹੋਰ ਜਾਂ ਛਿਲੇ ਕੱਢਦੇ ਆ ਜਾਂ ਕੁਛ ਨਾਮ ਦੇ ਸੁਣਨੇ ਕਰਕੇ ਗੁਰਸਿੱਖ ਜਿਹੜੇ ਉਸ ਤੇ ਪੀਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ। ਸੁਰ ਦੇਵਤੇ ਤਾਂ ਫਿਰ ਵੀ ਜਿਹੜੇ ਆ ਉਹ ਦੇਵ ਪਦਵੀ ਵੀ ਲੋਚਦੇ ਰਹਿੰਦੇ ਆ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਾਪਤ ਹੋਵੇ। ਮਹਾਰਾਜ ਦੇ ਸਿੱਖ ਨਾਮ ਨੂੰ ਸੁਣ ਕਰਕੇ ਦੇਵਤਿਆਂ ਤੋਂ ਉੱਪਰ ਚੱਲ ਜਾਂਦੇ ਆ, ਨਾਥਾਂ ਤੋਂ ਵੀ ਵੱਡੇ ਬਣ ਜਾਂਦੇ ਆ। ਇਹ ਨਾਮ ਦੇ ਸੁਣਨ ਦੀ ਮਹਿਮਾ ਹੈ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਨਾਮ ਦੀ ਜਿਹੜੀ ਧੁਨ ਹੈ ਨਾ, ਇਹਦੇ ਸੁਣਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਧਰਤੀ ਜਿਹੜੀ ਆ ਨਾ ਉਹ ਟਿਕੀ ਹੋਈ ਹੈ, ਧਰਮ ਟਿਕਿਆ ਹੋਇਆ ਹੈ। ਆਕਾਸ਼ ਵੀ ਜਿਹੜਾ ਹੈ ਨਾ ਟਿਕਿਆ ਹੋਇਆ, ਭਾਵ ਕਹਿਣ ਤੋਂ ਹੁਣ ਧਰਤੀ ਵੀ ਨਾਮ ਸੁਣਦੀ ਜੇ ਤੇ ਧਰਮ ਜਿਹੜਾ ਹੈ ਨਾ ਉਹ ਵੀ ਨਾਮ ਸੁਣ ਕੇ ਟਿਕਦਾ ਹੈ। ਤੇ ਫਿਰ ਜਿਹੜਾ ਆਕਾਸ਼ ਹੈ ਇਹ ਵੀ ਨਾਮ ਸੁਣ ਕੇ ਹੀ ਜਿਹੜਾ ਹੈ ਉਹ ਟਿਕਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸੁਣਿਆ ਧਰਤ ਧਵਲ ਆਕਾਸ਼। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਸੀ ਇਹ ਨਾਮ ਦੇ ਆਸਰੇ ਸੱਚੇ ਪਾਤਸ਼ਾਹ ਨੇ ਸਭ ਕੁਝ ਟਿਕਿਆ ਜਿਹੜਾ ਨਾ ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਹੈ ਉਹ ਸਿੱਧ ਕੀਤਾ ਹੈ। ਤੇ ਅੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸੁਣਿਆ ਦੀਪ ਲੋ ਪਾਤਾਲ। ਜਿਹੜੇ ਹਨ ਨਾ ਦੀਪ, ਸਤਿਗੁਰੂ ਜੀ ਕਹਿੰਦੇ ਵੇ ਨਾਮ ਦੀ ਮਹਿਮਾ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਦੀਪ ਜਿਹੜੇ ਆ ਉਹ ਟਿਕੇ ਹੋਏ ਆ ਨਾਮ ਦੇ ਸੁਣਨੇ ਕਰਕੇ। 7 ਦੀਪ ਮੰਨੇ ਆ ਤੇ ਲੋਕ ਜਿਹੜੇ ਉਹ 14 ਮੰਨੇ ਆ। ਤੇ ਇਸ ਪ੍ਰਕਾਰ ਜਿਹੜੇ ਪਤਾਲ ਹਨ ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਨਾਮ ਦੇ ਆਸਰੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਟਿਕੇ ਹੋਏ ਆ। ਜਿਹੜੇ ਦੀਪ ਦੀ ਨਿਆਈ ਪ੍ਰਕਾਸ਼ਮਾਨ ਹਨ। ਤੇ ਇਸ ਪ੍ਰਕਾਰ ਜਿਹੜੇ ਦੀਪ ਦੀ ਨਿਆਈ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਦੀਪਕ ਜਗਿਆ ਉਹ ਵੀ ਨਾਮ ਦੇ ਸੁਣਨ ਕਰਕੇ, ਤੇ ਲੋ ਜਿਹੜੀ ਪ੍ਰਕਾਸ਼ ਹੈ ਉਹ ਵੀ ਨਾਮ ਦੇ ਸੁਣਨੇ ਕਰਕੇ, ਤੇ ਪਤਾਲ ਜਿਹੜੇ ਨਿਮਰਤਾ ਵਾਲੇ ਹਨ ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਦੇ ਸੁਣਨੇ ਕਰਕੇ। ਅਥਵਾ ਸਤਿਗੁਰੂ ਜੀ ਕਹਿੰਦੇ ਨੇ ਸਿੱਧੋ ਸੁਣਿਆ ਦੀਪ ਲੋ ਪਾਤਾਲ। ਨਾਮ ਦੇ ਸੁਣਨੇ ਕਰਕੇ ਸਾਰਿਆਂ ਦੀਪਾਂ ਦੀ, ਸਾਰਿਆਂ 14 ਲੋਕਾਂ ਦੀ, ਅਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਪਤਾਲ ਹਨ ਉਹਨਾਂ ਸਾਰੇ ਪਤਾਲਾਂ ਦੀ ਸਤਿਗੁਰੂ ਜੀ ਕਹਿੰਦੇ ਭਾਈ ਸੋਝੀ ਜਿਹੜੀ ਆ ਨਾ ਉਹ ਪੈ ਜਾਂਦੀ ਹੈ। ਸਭ ਥਾਵਾਂ ਤੇ ਜਿਹੜੀ ਉਹ ਜੀਵ ਦੀ ਪਹੁੰਚ ਹੋ ਜਾਂਦੀ ਹੈ। ਜਿਹੜੇ ਪਤਾਲ ਹਨ ਉਹ ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ, ਪਾਤਾਲ ਇਹ 7 ਮੰਨੇ ਆ। ਤੇ ਆਕਾਸ਼ ਵੀ ਜਿਹੜੇ ਆ ਭੂਰ, ਮਹਿਰ, ਭੋਵ, ਜਨ, ਤਪ, ਗੋ, ਬ੍ਰਹਮਲੋਕ, ਇਸ ਤਰ੍ਹਾਂ ਇਹ ਆਕਾਸ਼ ਮੰਨੇ ਆ। ਤੇ ਇਸ ਪ੍ਰਕਾਰ ਸਮੁੰਦਰ ਜਿਵੇਂ ਮੰਨੇ ਜਾਂਦੇ ਆ, ਖਾਰੇ ਪਾਣੀ ਦਾ ਸਮੁੰਦਰ ਹੈ, ਦੁੱਧ ਦਾ, ਦਹੀਂ ਦਾ, ਸ਼ਹਿਦ ਦਾ, ਘਿਓ ਦਾ, ਸ਼ਰਾਬ ਦਾ, ਗੰਨੇ ਦੇ ਰਸ ਦਾ, ਇਸ ਤਰ੍ਹਾਂ ਇਹ ਮੰਨਿਆ ਗਿਆ ਗ੍ਰੰਥਾਂ ਦੇ ਅੰਦਰ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਦੇ ਸਰਵਣੇ ਕਰਨੇ ਕਰਕੇ ਜੋ ਸਾਰੇ ਦੀਪ ਹਨ ਉਹ ਪ੍ਰਕਾਸ਼ ਰਹੇ ਆ, ਤੇ ਸਾਰੇ ਲੋ ਪ੍ਰਕਾਸ਼ ਰਹੇ ਆ, ਸਾਰੇ ਪਤਾਲ ਪ੍ਰਕਾਸ਼ ਰਹੇ ਆ। ਪਰਮੇਸ਼ਰ ਦੇ ਨਾਮ ਦੇ ਸਰਵਣ ਕਰਕੇ ਸਾਰਿਆਂ ਦੀਪਾਂ, ਲੋਕਾਂ, ਪਤਾਲਾਂ ਦਾ ਗਿਆਨ ਮਹਾਰਾਜ ਕਹਿੰਦੇ ਹੋ ਜਾ, ਸਭ ਦੀ ਸਮਝ ਪੈ ਜਾਏ। ਤੇ ਵੀ ਇੱਕ ਸਾਖੀ ਹੈ ਇਹ ਪੰਕਤੀ ਨੂੰ ਬਹੁਤ ਸੁਖੈਨ ਢੰਗ ਨਾਲ ਸਮਝਣ ਵਾਸਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਤਿਗੁਰੂ ਜੀ ਨੇ ਦੂਸਰਾ ਯੁੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਤਿਹ ਕੀਤਾ ਸੀਗਾ, ਤੇ ਉਸ ਸਮੇਂ ਉੱਥੇ ਬਟਾਲੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਸੀਗਾ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ 18 ਪੁਰਾਣ 6 ਸ਼ਾਸਤਰ ਪੜ੍ਹੇ ਆ, ਸੱਚੇ ਪਾਤਸ਼ਾਹ ਜੇ ਆਪ ਕਿਰਪਾ ਕਰੋ ਤੇ ਮਹਾਰਾਜ ਮੈਨੂੰ ਆਪਣੇ ਇੱਥੇ ਕਥਾ ਕਰਨ ਦੀ ਆਗਿਆ ਦਿਓ, ਜੋ ਤਿਲ ਫੁੱਲ ਸੰਗਤਾਂ ਦੇਣਗੀਆਂ ਮੇਰਾ ਉਹਦੇ ਨਾਲ ਗੁਜ਼ਾਰਾ ਚੱਲ ਪਏਗਾ। ਤੇ ਸਤਿਗੁਰੂ ਜੀ ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਆਗਿਆ ਦੇ ਦਿੱਤੀ। ਤੇ ਉਹ ਫਿਰ ਗਰੁੜ ਪੁਰਾਣ ਦੀ ਕਥਾ ਮਹਾਰਾਜ ਦੇ ਹਜ਼ੂਰ ਕਰਨ ਲੱਗਾ। ਤੇ ਇੱਕ ਦਿਨ ਪ੍ਰਸੰਗ ਆਇਆ ਕਿ ਮਰਨ ਤੋਂ ਬਾਅਦ ਜਿਹੜੇ ਪੁੰਨੀ ਲੋਕ ਆ ਸੁੱਖ ਪਾਲਕੀਆਂ ਵਿੱਚ ਬੈਠ ਕੇ ਪ੍ਰਲੋਕ ਨੂੰ ਜਾਂਦੇ ਆ, ਤੇ ਪਾਪੀ ਲੋਕ ਦੁੱਖ ਭੋਗਦੇ ਹੋਏ 1 ਸਾਲ ਵਿੱਚ ਪ੍ਰਲੋਕ ਪਹੁੰਚਦੇ ਆ। ਮਾਤ ਲੋਕ ਤੋਂ ਪ੍ਰਲੋਕ ਦਾ ਜਿਹੜਾ ਰਸਤਾ ਨਾ ਉਹ 86,000 ਯੋਜਨ ਉਹ ਗਰੁੜ ਪੁਰਾਣ ਵਿੱਚ ਲਿਖਿਆ ਉਹਨੇ ਦੱਸਿਆ। ਤੇ ਉਹ ਏਡਾ 86,000 ਯੋਜਨ ਜਿਹੜਾ ਹੈ ਜਿਹੜੇ ਆ ਕਿਲੋਮੀਟਰਾਂ ਤੋਂ ਵੱਡੇ ਮੀਲ ਹੁੰਦੇ ਆ, ਮੀਲਾਂ ਤੋਂ ਵੱਡੇ ਜਿਹੜੇ ਆ ਉਹ ਕੋਹ ਹੁੰਦੇ ਆ, ਕਿ ਉਹ ਕੋਹਾਂ ਤੋਂ ਵੱਡੇ ਯੋਜਨ ਹੁੰਦੇ ਆ। ਤੋ
86,000 ਯੋਜਨ ਪ੍ਰਲੋਕ ਦਾ ਰਸਤਾ ਜਿਹੜਾ ਸੀ ਉਹ ਦੱਸਿਆ, ਜਿੱਥੇ ਰੂਹ ਨੂੰ ਤੁਰ ਕੇ ਜਾਣਾ ਪੈਂਦਾ ਹੈ, ਜਾਂ ਉਹਨਾਂ ਨੂੰ ਆਪਣੇ ਆਪਣੇ ਕੀਤੇ ਪੁੰਨਾਂ ਦੇ ਮੁਤਾਬਕ ਜਿਹੜੀਆਂ ਸਵਾਰੀਆਂ ਪ੍ਰਾਪਤ ਹੋ ਜਾਂਦੀਆਂ ਹਨ। ਤੇ ਸਤਿਗੁਰੂ ਜੀ ਨੇ ਵੀ ਇਹ ਆਪਣੀ ਬਾਣੀ ਵਿੱਚ ਮਹਾਰਾਜ ਦੱਸਿਆ, ਜਦੋਂ ਗਰੀਬ ਨਵਾਜ ਦੇ ਪਿਤਾ ਜੀ ਨੇ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਪਿਛਲ ਰਾਤੀ ਸੱਦੜਾ ਨਾਮ ਖਸਮ ਘਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪਿਛਲੀ ਰਾਤ ਜਿਹੜੇ ਆ ਨਾ, ਉਹ ਪਰਮੇਸ਼ਰ ਦੇ ਘਰੋਂ ਅੰਮ੍ਰਿਤ ਵੇਲੇ ਜਿਹੜੇ ਉਹ ਸੱਦੇ ਪੈਂਦੇ, ਉੱਠ ਕੇ ਨਾਮ ਜਪੀਏ। ਤੇ ਫਿਰ ਪਿਤਾ ਜੀ ਜਦੋਂ ਜੀਵ ਸਰੀਰ ਛੱਡ ਕੇ ਜਾਂਦਾ ਨਾ, ਉਹਨੂੰ ਫਿਰ ਸੱਦੇ ਪੈਂਦੇ ਆ, ਸਵਾਰੀਆਂ ਵਾਲੇ ਬੁਲਾਉਂਦੇ, ਮਹਾਰਾਜ ਆਓ ਇਸ ਸਵਾਰੀ ਤੇ ਬੈਠੋ, ਆਓ ਇਸ ਸਵਾਰੀ ਤੇ ਬੈਠੋ। ਜਿਹੜੇ ਪਾਪੀ ਲੋਕ ਨਾਮ ਨਹੀਂ ਜਪਦੇ, ਉਹਨਾਂ ਨੂੰ ਫਿਰ ਤੋੜ ਕੇ ਮਾਰਦੇ, ਕੁੱਟਦੇ, ਲਿਜਾਉਂਦੇ ਆ। ਤੇ ਇਹ ਜਿਹੜਾ ਪ੍ਰਲੋਕ ਦਾ ਰਾਹ ਦੱਸਿਆ ਨਾ, ਕਥਾ ਤੋਂ ਉਪਰੰਤ ਸਿੱਖ ਜਿਹੜੀ ਕਥਾ ਸੁਣਾਈ ਉਹਦੀ ਵਿਚਾਰ ਆਪਸ ਚ ਕਰਨ ਲੱਗ ਗਏ। ਜਦੋਂ ਵਿਚਾਰ ਕਰਨ ਲੱਗ ਗਏ ਤੇ ਉਹ ਪੰਡਤ ਨੇ ਜਿਹੜਾ ਸੀ ਉਹ ਸਿੱਖਾਂ ਦੀ ਵਿਚਾਰ ਸੁਣਨ ਲੱਗ ਗਿਆ। ਇੱਕ ਸਿੱਖ ਕਹਿੰਦਾ ਵੀ ਜਿਹੜਾ ਅੱਜ ਰਸਤਾ ਦੱਸਿਆ ਨਾ, ਮੈਂ ਤਾਂ 6 ਮਹੀਨੇ ਚ ਹੋ ਕੇ ਆ ਸਕਦਾ ਉੱਥੋਂ। ਉਹ ਪੰਡਤ ਨੇ ਦੱਸਿਆ ਵੀ ਇੰਨਾ ਸਮਾਂ ਲੱਗਦਾ, ਤੇ ਇਹ ਕਹਿੰਦੇ ਵੀ ਮੈਂ 6 ਮਹੀਨੇ ਚ ਹੋ ਕੇ ਆ ਸਕਦਾ ਵਾਂ। ਹਾਂਜੀ। ਤੇ ਜਦੋਂ ਦੂਸਰੇ ਸਿੱਖ ਨੇ ਕਿਹਾ, ਉਹ ਕਹਿੰਦਾ ਨਹੀਂ 6 ਜ਼ਿਆਦਾ, ਮੈਂ 3 ਚ ਹੀ ਹੋ ਕੇ ਆ ਸਕਦਾ। ਤੀਸਰਾ ਸਿੱਖ ਕਹਿੰਦਾ ਵੀ ਨਹੀਂ 3 ਵੀ ਜ਼ਿਆਦਾ, ਮੈਂ ਮਹੀਨੇ ਚ ਹੀ ਆ ਸਕਦਾ। ਤੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਿ ਨਹੀਂ, ਇਹ ਸਾਰਾ ਟਾਈਮ ਜ਼ਿਆਦਾ, ਮਹਾਰਾਜ ਦੀ ਇੰਨੀ ਕਿਰਪਾ, ਮੈਂ ਅੱਖ ਦੇ ਫੋਰ ਚ ਹੀ ਉੱਥੋਂ ਹੋ ਕੇ ਆ ਸਕਦਾ। ਅੱਖ ਖੋਲੋ ਤੇ ਬੰਦ ਕਰੋ, ਕਹਿੰਦੇ ਮੈਂ ਉੱਥੋਂ ਹੋ ਕੇ ਆ ਸਕਦਾ ਜਿਹੜਾ ਐਡਾ ਲੰਮਾ ਸਮਾਂ ਦੱਸਿਆ ਆਪਣਾ ਪੰਡਤ ਜੀ ਨੇ। ਤੇ ਉਹ ਪੰਡਤ ਨੇ ਮਨ ਚ ਗੁੱਸਾ ਕਰ ਲਿਆ ਵੀ ਇਹ ਮੇਰੀ ਕਥਾ ਦਾ ਮਖੌਲ ਉਡਾਉਂਦੇ ਸਿੱਖ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹਾਜ਼ਰ ਹੋ ਗਿਆ। ਪੰਡਤ ਕਹਿਣ ਲੱਗਾ, ਮਹਾਰਾਜ ਵੀ ਜਿਹੜੇ ਆਪਦੇ ਸਿੱਖ ਵਾ, ਇਹ ਕੀਤੀ ਕਥਾ ਦਾ ਮਜ਼ਾਕ ਉਡਾਉਂਦੇ ਆ, ਤੇ ਜਾਂ ਦੱਸੋ ਤੁਹਾਡੇ ਸਿੱਖ ਸੱਚੇ ਆ ਕਿ ਜਾਂ ਪੁਰਾਣ ਚ ਜੋ ਲਿਖਿਆ ਉਹ ਸੱਚ ਵਾ। ਮਹਾਰਾਜ ਕਹਿੰਦੇ ਵੀ ਕੀ ਗੱਲ ਹੋਈ ਆ। ਉਹਨਾਂ ਦੱਸਿਆ ਪੰਡਤ ਨੇ ਵੀ ਇਦਾਂ ਆਹ ਗੱਲ ਆ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਵੀ ਪੰਡਤ ਜੀ, ਸਾਡੇ ਸਿੱਖ ਵੀ ਝੂਠ ਨਹੀਂ ਬੋਲਦੇ ਤੇ ਤੁਹਾਡੇ ਪੁਰਾਣ ਵੀ ਝੂਠ ਨਹੀਂ ਬੋਲਦੇ। ਕਿਹਾ ਮਹਾਰਾਜ ਇਹ ਤਾਂ ਇੱਕ ਨੂੰ ਤਾਂ ਝੂਠਿਆ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਵੀ ਪੰਡਤ ਜੀ, ਸਾਡੇ ਸਿੱਖ ਪੁੰਨ ਕਰਮ ਇੱਛਾ ਕਰਕੇ ਨਹੀਂ ਕਰਦੇ, ਕਿ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਸਵਰਗਾਂ 'ਚ ਜਾਣਾ ਪਵੇ। ਪਾਪ ਕਰਦੇ ਨਹੀਂ, ਕਿਉਂਕਿ ਪਰਮੇਸ਼ਰ ਦਾ ਭਜਨ ਕਰਦੇ ਆ। ਇਸ ਕਰਕੇ ਨਾ ਪਾਪੀ ਆ ਨਾ ਪੁੰਨੀ ਆ ਸਾਡੇ ਸਿੱਖ। ਤੇ ਪਾਪੀਆਂ ਤੇ ਪੁੰਨੀਆਂ ਦੀ ਵਿਚਾਰ ਲਿਖੀ ਹੈ ਗਰੁੜ ਪੁਰਾਣ ਦੇ ਵਿੱਚ। ਕੇਵਲ ਨਾਮ ਦੇ ਜਪਣ ਦੀ ਤੇ ਨਾਮ ਦੇ ਜਪਣ ਵਾਲਿਆਂ ਦੀ ਵਿਚਾਰ ਜਿਹੜੀ ਹੈ ਨਾ, ਉਹ ਨਹੀਂ ਦੱਸੀ ਗਰੁੜ ਪੁਰਾਣਾਂ ਦੇ ਵਿੱਚ। ਤੇ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਫਿਰ ਸਿੱਖ ਆਪਦੇ ਉਹਨਾਂ ਦੀ ਵਿਚਾਰ ਦੱਸੋ। ਮਹਾਰਾਜ ਕਹਿੰਦੇ ਸਿੱਖ ਸੱਚ ਬੋਲਦੇ ਆ, ਜੇ ਬਿਧੀ ਚੰਦ ਜੀ ਚਾਹੁਣ ਤੇ ਅੱਖ ਦੇ ਫੋਰ ਚ ਹੀ ਉੱਥੋਂ ਹੋ ਕੇ ਵਾਪਸ ਆ ਸਕਦੇ ਆ। ਤੇ ਕਿਹਾ ਮਹਾਰਾਜ ਮੈਨੂੰ ਫਿਰ ਕਿਵੇਂ, ਮੈਂ ਮੰਨਾਂ ਕਿਵੇਂ। ਸਤਿਗੁਰੂ ਜੀ ਕਹਿੰਦੇ ਭਾਈ ਗੁਰਦਾਸ ਜੀ ਨੂੰ ਕਿ ਪੰਡਤ ਜੀ ਨੂੰ ਜਿਹੜਾ ਹੈ ਇਹ ਸਮਝਾਓ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਨਾਮ ਦੀ ਮਹਿਮਾ ਜਿਹੜੀ ਸੀ ਨਾ, ਉਹ ਸਰਵਣ ਕਰਨ ਦੀ ਸੋਝੀ ਪਾਈ ਪੰਡਤ ਨੂੰ। ਕਿਹਾ ਹੁਣ ਕਥਾ ਕਰਨੀ ਛੱਡ ਕੇ ਤੇ ਜਿਹੜਾ ਹੈ ਉਹ ਭਜਨ ਕਰਿਆ ਕਰੋ, ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਕਰੋ। ਤੇ ਪੰਡਤ ਨੇ ਨਾ ਦੀਕਸ਼ਾ ਮੰਤਰ ਲਿਆ ਗੁਰੂ ਸਾਹਿਬ ਦੇ ਕੋਲੋਂ, ਵਾਹਿਗੁਰੂ ਮੰਤਰ, ਤੇ ਫਿਰ ਜਪਣ ਲੱਗਾ। ਥੋੜੇ ਚਿਰ ਚ ਇਹੋ ਜਿਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਕਿ ਸਾਰੇ ਲੋਕਾਂ ਤੱਕ ਗਮਤਾ ਹੋ ਗਈ ਪੰਡਤ ਜੀ ਦੀ। ਉਹ ਨਾਮ ਦੀ ਮਹਿਮਾ ਸਰਵਣ ਕਰਕੇ ਸਭ ਥਾਵਾਂ ਦੀ ਜਦੋਂ ਗਮਤਾ ਪਾ ਲਈ ਨਾ, ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਪੰਡਤ ਜੀ ਨੇ ਆਪਦਾ ਜਨੇਊ ਲਾ ਕੇ ਰੱਖਤਾ, ਮਹਾਰਾਜ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਨਾਮ ਦੇ ਸੁਣਨ ਕਰਕੇ ਹੁਣ ਆਪਾਂ ਜਹਾਜ਼ ਫੜ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਹੁੰਦਾ ਹੈ, ਪਰ ਜਿਹੜੇ ਨਾਮ ਨੂੰ ਸੁਣਦੇ ਆ ਉਹ ਸਭ ਦੀਪਾਂ, ਸਭ ਲੋਵਾਂ, ਸਭ ਪਤਾਲਾਂ 'ਚ ਜਾ ਸਕਦੇ ਆ। ਨਾਮ ਦੇ ਸੁਣਨ ਕਰਕੇ ਹੀ ਸੱਤੇ ਦੀਪ, ਜਿੰਨੇ ਆਕਾਸ਼ ਦੇ ਲੋਕ ਹਨ ਅਤੇ ਜਿੰਨੇ ਪਤਾਲ ਹਨ ਸੱਤ, ਇਹ ਸਾਰੇ ਨਾਮ ਦੇ ਸੁਣਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਟਿਕੇ ਹੋਏ ਆ। ਇਹ ਨਾਮ ਦੇ ਸੁਣਨ ਦੀ ਮਹਿਮਾ ਹਜ਼ੂਰ ਨੇ ਦੱਸੀ ਹੈ। ਫਿਰ ਸਤਿਗੁਰੂ ਕਹਿੰਦੇ ਨੇ ਸੁਣਿਆ ਉਹੇ ਨਾ ਸਕਾ ਕਾਲ। ਜੇ ਨਾਮ ਸੁਣੀਏ ਨਾ ਕੰਨਾਂ ਨਾਲ, ਤੇ ਸਤਿਗੁਰੂ ਜੀ ਕਹਿੰਦੇ ਭਾਈ ਕਾਲ ਜਿਹੜਾ ਨਾ ਜਮਦੂਤ, ਇਹ ਵੀ ਆ ਕੇ ਪੋ ਨਹੀਂ ਸਕਦਾ, ਲੱਗ ਨਹੀਂ ਸਕਦਾ ਹੈ। ਨਾਮ ਦੇ ਸੁਣਨ ਕਰਕੇ ਜਿਹੜਾ ਹੈ ਉਹ ਕਾਲ ਵੀ ਪਿੱਛੇ ਹਟ ਜਾਂਦਾ ਹੈ, ਕਾਲ ਵੀ ਪਰਾਂ ਹਟ ਜਾਂਦਾ ਹੈ। ਤੇ ਇਹਦੇ ਚ ਕਿੰਨੀਆਂ ਸਾਖੀਆਂ ਆਪਣੇ ਗੁਰੂ ਘਰ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੇ ਉਹ ਕਿਵੇਂ ਮੋਹਣ ਨੂੰ ਜਿੰਦਾ ਕੀਤਾ ਸੀਗਾ। ਉਹ ਖਿੱਦੋ ਖੁੰਡੀ ਖੇਡਦਿਆਂ ਤੇ ਉਹ ਜਿਹੜਾ ਉਹਨਾਂ ਦੇ ਨਾਲ ਉਹ ਵਾਰੀ ਰਹਿ ਗਈ ਸੀ, ਕਹਿੰਦੇ ਸ਼ਾਮਾਂ ਪੈ ਗਈਆਂ ਸੀ ਖੇਡਦਿਆਂ, ਤੇ ਕਹਿੰਦੇ ਚੱਲ ਕੋਈ ਨਹੀਂ ਕੱਲ ਨੂੰ ਵਾਰੀ ਸਾਡੀ ਦੇਵੀਂ। ਰਾਤ ਵਿਚਾਰੇ ਨੂੰ ਸੱਪ ਲੜ ਗਿਆ ਤੇ ਚੜਾਈ ਕਰ ਗਿਆ ਉਹ ਮੋਹਣ। ਤੇ ਬਾਬਾ ਜੀ ਜਦੋਂ ਉੱਥੇ ਪਹੁੰਚੇ ਖੇਡ ਦੇ ਮੈਦਾਨ 'ਚ ਦੱਸਿਆ ਕਿ ਉਹ ਤਾਂ ਚੜਾਈ ਕਰ ਗਿਆ ਮੋਹਣ, ਤਾਂ ਉਹਨੇ ਵਾਰੀ ਕੀ ਦੇਣ ਆਉਣਾ ਹੈ। ਤੇ ਬਾਬਾ ਜੀ ਸਿੱਧੇ ਉਹਦੇ ਘਰ ਚਲੇ ਗਏ। ਜਾ ਕੇ ਬਾਬਾ ਮੋਹਣ ਜੀ ਨੇ ਆਖਿਆ ਵਾਹਿਗੁਰੂ, ਇਹ ਨਾਮ ਸੁਣਾਇਆ। ਸਾਖੀ ਦੇ ਵਿੱਚ ਦੱਸਦੇ ਨਹੀਂ ਨਾ, ਜਦੋਂ ਸਾਖੀ ਸੁਣਾਉਂਦੇ ਆ ਤਾਂ ਉਦੋਂ ਸਹੀ ਗੱਲ ਨਹੀਂ ਦੱਸਦੇ। ਤਾਂ ਬਾਬਾ ਮੋਹਣ ਜੀ ਨੇ ਨੂੰ ਸੁਣਾਇਆ ਕੀ ਕੰਨਾਂ 'ਚ, ਬਾਬਾ ਅਟਲ ਰਾਏ ਜੀ ਨੇ ਆਖਿਆ ਵਾਹਿਗੁਰੂ, ਇਉਂ ਕਹਿ ਕੇ ਤੇ ਖੁੰਡੀ ਜਿਹੜੀ ਸੀ ਧੌਣ 'ਚ ਪਾ ਕੇ ਕਿਹਾ ਉੱਠ ਸਾਡੀ ਬਾਜੀ ਦੇ। ਵਾਹਿਗੁਰੂ ਦਾ ਨਾਮ ਸੁਣਦਿਆਂ ਸਾਰ ਹੀ ਜਿਉਂਦਾ ਹੋ ਗਿਆ ਮੋਹਣ, ਤੇ ਨਾਮ ਦੇ ਸਰਵਣ ਕਰਕੇ ਮਰਿਆ ਹੋਇਆ ਵੀ ਜਿਉਂਦਾ ਕਰ ਦਿੱਤਾ। ਤੇ ਇਉਂ ਨਾਮ ਦੇ ਸੁਣਨ ਨਾਲ ਜਿਹੜਾ ਕਾਲ ਹੈ ਨਾ, ਮੌਤ, ਇਹ ਪੋ ਨਹੀਂ ਸਕਦੀ ਹੈ, ਇਹ ਵਿਆਪ ਨਹੀਂ ਸਕਦੀ ਹੈ। ਹੁਣ ਭਗਤ ਪ੍ਰਹਲਾਦ ਜੀ ਦੀ ਸਾਰੀ ਸਾਖੀ ਹੈ, ਪੋ ਸਕਿਆ ਕਾਲ ਉਹਨਾਂ ਨੂੰ? ਨਹੀਂ ਪੋ ਸਕਿਆ। ਮਹਾਰਾਜ ਨੇ ਕਿਹਾ ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੂਬੈ, ਗੁਰ ਪ੍ਰਸਾਦ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ। ਨਾਮ ਸੁਣਿਆ ਜਮ ਦੂਰੋਂ ਭਾਗੈ, ਮਤ ਮਾਰੇ ਹਰਿ ਜੀਉ ਬੇਪਰਵਾਹ ਹੈ। ਮਹਾਰਾਜ ਨੇ ਕਿਹਾ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈ ਉਹ ਦੂਤ। ਇਹ ਜਮਦੂਤੋ, ਜਦੋਂ ਉਹ ਪਿੱਛੇ ਲੜੀਵਾਰ ਕਥਾ 'ਚ ਵੀ ਆਇਆ ਸੀ ਤਖਤ ਸਾਹਿਬ ਤੇ, ਉਹ ਧਰਮ ਰਾਜੇ ਨੇ ਜਦੋਂ ਜਮਦੂਤਾਂ ਨੇ ਧਰਮ ਰਾਜੇ ਨੂੰ ਕਿਹਾ ਕਿ ਪਾਪੀ ਲੋਕਾਂ ਨੂੰ ਸੰਗਤ ਆਪਣੇ ਵਿੱਚ ਪਾ ਕੇ ਮੁਕਤ ਕਰ ਦਿੰਦੀ ਹੈ, ਇਸ ਕਰਕੇ ਜਿਹੜਾ ਹੈ ਸਾਨੂੰ ਇਹ ਜਿਹੜੀ ਹੈ ਸੰਗਤ, ਇਹਦੇ ਤੇ ਹਮਲਾ ਕਰਨਾ ਚਾਹੀਦਾ ਤੇ ਪਾਪੀ ਉੱਥੋਂ ਖਿੱਚ ਕੇ ਲਿਆਉਣੇ ਚਾਹੀਦੇ, ਛਡਾ ਲੈਣੇ ਚਾਹੀਦੇ ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਫਿਰ ਧਰਮ ਰਾਜੇ ਨੇ ਕਿਹਾ ਵੀ ਇਹ ਗੱਲ ਨਾ ਕਰਿਓ, ਜਿੱਥੇ ਸਾਧੂ ਪਰਮੇਸ਼ਰ ਦਾ ਭਜਨ ਕਰਦੇ ਆ ਨਾ, ਨਿਤਾ ਪ੍ਰਤੀ ਕੀਰਤਨ ਕਰਦੇ ਤੇ ਸੁਣਦੇ ਆ ਨਾਮ ਨੂੰ, ਉੱਥੇ ਨਾ ਜਾਇਓ। ਕਹਿੰਦੇ ਨਾ ਹਉ ਨਾ ਮੈਂ ਛੁੱਟਣਾ, ਨਾ ਤੂੰ, ਨਾ ਜਮਦੂਤੋ ਤੁਸੀਂ ਛੁੱਟੋਗੇ, ਨਾ ਛੁੱਟੇ ਨਾ ਜਮਪੁਰੀ ਛੁੱਟੂਗੀ। ਇਸ ਕਰਕੇ ਨਿਕਟ ਨਾ ਜਾਈਓ ਉਹ ਦੂਤ, ਇਹ ਜਮਦੂਤੋ ਨੇੜੇ ਨਾ ਜਾਇਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੰਤ ਤੁਮਾਰੇ ਤੁਮਰੇ ਪ੍ਰੀਤਮ, ਜਿਨ ਤਿਨ ਕਉ ਕਾਲ ਨਾ ਖਾਤੇ। ਉਹਨਾਂ ਨੂੰ ਕਾਲ ਨਹੀਂ ਖਾਂਦਾ, ਜਦੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕਾਲ ਜਿਹੜਾ ਨਾ ਉਹ ਖਾ ਨਹੀਂ ਸਕਦਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਨਾਮ ਦੇ ਸੁਣਨ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਖੀ ਹੈ ਕਿ ਜਿਹੜਾ ਨਾਮ ਨੂੰ ਸਿੱਧੋ ਸੁਣ ਲੈਂਦਾ ਹੈ, ਪਿਆਰ ਨਾਲ ਸੁਣਦਾ ਹੈ, ਪ੍ਰੀਤ ਲਾ ਕਰਕੇ। ਵੇਖ ਲਓ ਨਾਮ ਦੇ ਸੁਣਨ ਦੀ ਕਿੱਡੀ ਵੱਡੀ ਮਹਿਮਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਕਾਲ ਵੀ ਜਿਹੜਾ ਨਾ, ਮੌਤ, ਉਹ ਪੋ ਨਹੀਂ ਸਕਦੀ ਹੈ। ਮੌਤ ਨੇ ਤਾਂ ਕੀ ਪਾਉਣਾ, ਮਰਿਆ ਹੋਇਆ ਵੀ ਨਾਮ ਦੇ ਸ਼ਕਤੀ ਦੇ ਨਾਲ ਜਿਹੜਾ ਹੈ ਉਹ ਜਿਉਂਦਾ ਹੋ ਜਾਂਦਾ ਹੈ। ਇਹ ਨਾਮ ਦੀ ਪ੍ਰਤੱਖ ਸੁਣਨ ਦੀ ਸ਼ਕਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਖੀ ਹੈ। ਫਿਰ ਮਹਾਰਾਜ ਆਖਿਆ ਨਾਨਕ ਭਗਤਾ ਸਦਾ ਵਿਕਾਸ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਭਗਤੀ ਕਰਨ ਵਾਲੇ ਪ੍ਰੇਮੀ ਆ ਨਾ, ਭਗਤ ਜਨ, ਉਹਨਾਂ ਦੇ ਹਿਰਦੇ ਵਿੱਚ ਨਾਮ ਦੇ ਸਰਵਣ ਕਰਨੇ ਕਰਕੇ ਸਦਾ ਹੀ ਵਿਕਾਸ ਖੇੜਾ ਜਿਹੜਾ ਨਾ ਉਹ ਬਣਿਆ ਰਹਿੰਦਾ ਹੈ, ਤੇ ਸ਼ਰਧਾ ਭਾਵਨਾ ਨਾਲ ਉਹ ਨਾਮ ਸੁਣਦੇ ਰਹਿੰਦੇ ਆ। ਨਾਮ ਸ਼ਰਧਾ ਭਾਵਨਾ ਨਾਲ ਸੁਣਨੇ ਕਰਕੇ ਉਹਨਾਂ ਦਾ ਚਿੱਤ ਸਦਾ ਹੀ ਵਿਕਾਸ ਦੇ ਸਹਿਤ ਰਹਿੰਦਾ ਹੈ, ਖਿੜਿਆ ਰਹਿੰਦਾ ਹੈ। ਮਹਾਰਾਜ ਨੇ ਕਿਹਾ ਸਦਾ ਆਨੰਦ ਰਹੇ ਦਿਨ ਰਾਤੀ, ਸਾਰੇ ਰਾਤ ਦਿਨ ਉਹ ਆਨੰਦ ਦੇ ਸਹਿ ਰਹਿੰਦੇ ਆ। ਗੁਣਵੰਤਿਆ ਪਛਾਰ, ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਜਿਹੜੇ ਗੁਣਵਾਨ ਹਨ ਨਾ, ਉਹਨਾਂ ਦੇ ਚਰਨਾਂ ਦੀ ਧੂੜ ਹੋ ਜਾਣਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਉਹਨਾਂ ਨੂੰ ਕਦੇ ਜਿਹੜਾ ਸੋਗ ਨਹੀਂ ਹੁੰਦਾ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਾਂ ਨਹੀਂ ਵਿਯੋਗ। ਮਹਾਰਾਜ ਕਹਿੰਦੇ ਉਹਨਾਂ ਨੂੰ ਕਦੇ ਭਾਈ ਵਿਯੋਗ ਹੁੰਦਾ ਹੀ ਨਹੀਂ, ਕਦੇ ਪੀੜਾ ਹੁੰਦੀ ਨਹੀਂ। ਸੋਗ ਨਾਹੀਂ ਸਦਾ ਹਰਖ ਹੀ ਹੈ ਰੇ, ਛੋੜ ਨਾਹੀਂ ਕਿਛ ਲੇਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੇ ਛੱਡਣਾ ਕੀ ਤੇ ਲੈਣਾ ਕੀ ਹੈ, ਭਾਵ ਸਭ ਕੁਛ ਤੇ ਪਾ ਲਿਆ। ਭਗਤਾਂ ਨੂੰ ਨਾਮ ਦੇ ਕਰਕੇ ਸਦਾ ਵਿਕਾਸ ਰਹਿੰਦਾ, ਸਦਾ ਖੇੜਾ ਰਹਿੰਦਾ ਹੈ, ਐਨ ਖੁਸ਼ ਰਹਿੰਦੇ ਆ। ਤੇ ਜਿਹੜਾ ਸੰਸਾਰੀ ਮਨ ਹੁੰਦਾ ਉਹ ਜਿਹੜਾ ਹੈ ਉਹ ਕੋਈ ਨਾ ਕੋਈ ਪਦਾਰਥ ਪਾ ਕੇ ਖੁਸ਼ ਹੁੰਦਾ ਹੈ। ਪਦਾਰਥ ਦੇ ਨਾਸ਼ ਤੋਂ ਫਿਰ ਮਨ ਮੁਰਝਾ ਜਾਂਦਾ ਹੈ, ਫਿਰ ਗਮੀ ਆ ਜਾਂਦੀ ਹੈ। ਕਿਸੇ ਦੇ ਮਿਲਾਪ ਨਾਲ ਖੁਸ਼ੀ ਹੁੰਦੀ ਹੈ, ਵਿਜੋਗ ਨਾਲ ਦੁੱਖ ਹੁੰਦਾ ਹੈ। ਪਰ ਭਗਤਾਂ ਨੂੰ ਨਾਮ ਦੇ
ਨਾਲ ਜੁੜਨੇ ਕਰਕੇ, ਨਾਮ ਦੇ ਸੁਣਨੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਦਾ ਹੀ ਵਿਗਾਸ ਰਹਿੰਦਾ ਹੈ, ਖੇੜਾ ਰਹਿੰਦਾ ਹੈ। ਕਿਉਂਕਿ ਉਹਨਾਂ ਨੇ ਆਪਣਾ ਸਰੀਰ ਨਹੀਂ ਮੰਨਿਆ, ਇਸ ਕਰਕੇ ਪਦਾਰਥ ਨਹੀਂ ਮੰਨੇ। ਤੇ ਜੇ ਪਦਾਰਥਾਂ ਦਾ ਮੋਹ ਨਹੀਂ ਤੇ ਆਉਣ ਨਾਲ ਖੁਸ਼ੀ ਕੀ ਹੋਣੀ ਹੈ, ਤੇ ਜਾਣ ਨਾਲ ਫਿਰ ਗਮੀ ਕੀ ਹੋਊਗੀ। ਖੁਸ਼ੀ ਗਮੀ ਦੋਵਾਂ ਤੋਂ ਦੂਰ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਧੋ ਜਿਹੜੇ ਭਗਤ ਵਾ ਨਾ, ਤੁਸੀਂ ਤਾਂ ਇਹ ਰਿੱਧੀਆਂ ਸਿੱਧੀਆਂ ਪਾ ਕੇ ਤੁਹਾਨੂੰ ਖੇੜਾ ਥੋੜ੍ਹਾ ਰਹਿੰਦਾ, ਫਿਰ ਵੀ ਕਦੇ ਤੁਸੀਂ ਮੁਰਝਾ ਜਾਂ ਦੁਖੀ ਹੁੰਦੇ ਆ ਜੇ ਤੁਹਾਡੀ ਪੂਜਾ ਨਹੀਂ ਕੋਈ ਕਰਦਾ, ਪ੍ਰਤਿਸ਼ਠਾ ਨਹੀਂ ਕਰਦਾ, ਤੁਸੀਂ ਬੜਾ ਮਨ 'ਚ ਪਰੇਸ਼ਾਨ ਨਹੀਂ ਮੰਨਦੇ। ਪਰ ਭਗਤ ਨਹੀਂ ਐਸੇ। ਭਗਤਾਂ ਨੂੰ ਤਾਂ ਸਦਾ ਹੀ ਜਿਹੜਾ ਹਰਖ ਰਹਿੰਦਾ ਹੈ, ਸਦਾ ਆਨੰਦ ਰਹਿੰਦਾ, ਵਿਗਾਸ ਰਹਿੰਦਾ, ਨੇਤਰ ਸੁਖੀ ਰਹਿੰਦੇ ਆ, ਕੰਨ ਰੱਜੇ ਰਹਿੰਦੇ ਆ, ਜੀਭਾ ਤ੍ਰਿਪਤ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਭਾਈ ਨਾਮ ਦੇ ਸੁਣਨੇ ਕਰਕੇ ਜਾਂ ਨਾਮ ਦੇ ਜਪਣੇ ਕਰਕੇ ਭਗਤਾਂ ਨੂੰ ਸਦਾ ਹੀ ਵਿਗਾਸ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜੀ ਮਹਾਰਾਜ ਕਲਾ ਵਰਤਾ ਦਿੰਦੇ ਆ ਕਿ ਸੰਸਾਰ ਦੇ ਦੁੱਖਾਂ ਕਰਕੇ ਵੀ ਉਹਨਾਂ ਦਾ ਜਿਹੜਾ ਵਿਗਾਸ ਹੈ ਨਾ, ਖੇੜਾ, ਉਹ ਨਾਸ਼ ਨਹੀਂ ਹੁੰਦਾ। ਤੇ ਮਹਾਰਾਜ ਸਾਹਿਬ ਜੀ ਪੌੜੀ ਸੰਪੂਰਨ ਕਰਦੇ ਹੋਏ ਕਹਿੰਦੇ, ਸੁਣਿਆ ਦੁਖ ਪਾਪ ਕਾ ਨਾਸ। ਇਹ ਸਿੱਧੋ ਵਾਹਿਗੁਰੂ ਦੇ ਨਾਮ ਦੇ ਸੁਣਨੇ ਕਰਕੇ ਦੁੱਖਾਂ ਦੀ ਨਿਵਰਤੀ ਤੇ ਪਾਪਾਂ ਦਾ ਜਿਹੜਾ ਨਾ ਸਾਰਾ ਭੰਡਾਰ ਹੀ ਨਾਸ਼ ਹੋ ਜਾਂਦਾ, ਸਾਰੇ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਆ। ਜਿਸ ਪ੍ਰਕਾਰ ਰੰਚਕ ਮਾਤਰ, ਥੋੜਾ ਮਾਤਰ ਅਗਨੀ ਦੇ ਨਾਲ ਲੱਕੜਾਂ ਜਿਹੜੀਆਂ ਨਾ ਢੇਰ ਦੀਆਂ ਢੇਰ ਸੜ ਜਾਂਦੀਆਂ, ਨਾਸ਼ ਹੋ ਜਾਂਦਾ ਹੈ, ਇਹ ਸਾਰਾ ਹੀ ਲੱਕੜਾਂ ਦਾ ਢੇਰ। ਇਸ ਪ੍ਰਕਾਰ ਵਾਹਿਗੁਰੂ ਦਾ ਨਾਮ ਸਰਵਣ ਕਰਨੇ ਕਰਕੇ ਨਾ ਸਮੂਹ ਦੁੱਖ ਪਾਪ ਸਾਰੇ ਨਾਸ਼ ਹੋ ਜਾਂਦੇ ਆ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ, ਈਂਧਨ ਅਦਕ ਸਕੇਲੀ ਹੈ। ਮਹਾਰਾਜ ਕਹਿੰਦੇ, ਭਾਈ ਜਿਹੜੀਆਂ ਈਂਧਨ ਲੱਕੜਾਂ ਹਨ ਨਾ, ਬਾਲਣ, ਈਂਧਨ ਬਾਲਣ ਨੂੰ ਕਹਿੰਦੇ ਆ, ਬਹੁਤ ਜ਼ਿਆਦਾ ਇਕੱਠਾ ਕਰ ਲਈਏ, ਈਂਧਨ ਅਦਕ ਸਕੇਲੀ ਹੈ ਭਾਈ, ਪਾਵਕ ਰੰਚਕ ਪਾਏ। ਪਰ ਉਹਦੇ ਵਿੱਚ ਥੋੜੀ ਜਿਹੀ ਰੰਚਕ ਜਿਹੜੀ ਹੈ, ਰੰਚਕ ਮਾਤਰ ਥੋੜੀ ਜਿਹੀ ਅੱਗ ਪਾ ਦਈਏ, ਤੇ ਉਹ ਕੀ ਹੈ, ਖਿਨ ਪਲ ਨਾਮ ਹਿਰਦੈ ਵਸੈ ਭਾਈ। ਖਿਨ ਮਾਤਰ ਸਮਾਂ, ਪਲ ਮਾਤਰ ਸਮਾਂ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਮਹਾਰਾਜ ਕਹਿੰਦੇ ਆ ਅੰਦਰੋਂ ਪਾਪ ਸਾਰੇ ਸੜ ਜਾਂਦੇ ਆ, ਜਿਵੇਂ ਸਾਰੀ ਲੱਕੜਾਂ ਦੇ ਢੇਰ ਨੂੰ ਥੋੜੀ ਜਿਹੀ ਚਿਣਕ ਜਿਹੜੀ ਆ ਨਾ ਉਹ ਸਾੜ ਦਿੰਦੀ ਹੈ। ਨਾਨਕ ਮਿਲਣ ਸੁਭਾਏ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਜਿਹੜਾ ਨਾ ਭਾਈ ਪ੍ਰੇਮ ਨਾਲ ਵਾਹਿਗੁਰੂ ਨਾਲ ਫਿਰ ਮਿਲਾਪ ਹੋ ਜਾਂਦਾ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਨਾ, ਈਂਧਣ ਕੀਤੋਂ ਘਣਾ ਭੋਰੀ ਦਿੱਤਿਮ ਭਾਹੇ। ਬਹੁਤ ਜ਼ਿਆਦਾ ਈਂਧਣ ਬਾਲਣ ਇਕੱਠਾ ਕੀਤਾ ਤੇ ਭੋਰੀ ਦਿੱਤਿਮ, ਭੋਰੀ ਥੋੜੀ ਜਿਹੀ ਦੇ ਦਈਏ ਵਿੱਚ ਭਾਹੇ ਅੱਗ। ਤੇ ਮਹਾਰਾਜ ਨੇ ਕਿਹਾ, ਮਨ ਵਸੰਦੜੋ ਸੱਚ ਸਹੋ। ਇਹ ਥੋੜਾ ਜਿਹਾ ਸੱਚੇ ਸਹੁ ਪਤੀ ਦਾ ਨਾਮ ਜਿਹੜਾ ਨਾ ਮਨ ਵਿੱਚ ਵਸ ਜਾਹੇ, ਨਾਨਕ ਹੱਬੇ ਦੁਖੜੇ ਉਲਾਹੇ। ਮਹਾਰਾਜ ਕਹਿੰਦੇ ਫਿਰ ਸਾਰੇ ਦੁੱਖ ਜਿਹੜੇ ਆ ਨਾ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਲੱਥ ਜਾਂਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਮ ਨੂੰ ਸੁਣਾ ਕਰ ਕਿੰਨਿਆਂ ਦੇ ਦੁੱਖ ਦੂਰ ਕੀਤੇ, ਇੱਕ ਨਹੀਂ, ਗਿਣੇ ਹੀ ਨਹੀਂ ਜਾ ਸਕਦੇ। ਨਾਮ ਸੁਣਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਸਾਰ ਨੂੰ ਤਾਰਿਆ। ਸੱਚੇ ਪਾਤਸ਼ਾਹ ਜੀ ਨੇ ਗਰੀਬ ਨਵਾਜ ਸਤਿਗੁਰੂ ਜੀ ਜਿੱਥੇ ਜਿੱਥੇ ਵੀ ਗਏ, ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ ਸੀ, ਭਾਈ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਣੇ ਰਸਨਾ ਤੋਂ ਅਲਾਹੀ ਰਸ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਰਾਗ ਅਲਾਪ ਦੇ ਬਾਣੀ ਦਾ ਸ਼ਬਦ ਸਤਿਗੁਰੂ ਜੀ ਗਾਇਨ ਕਰਦੇ, ਜਿਹੜਾ ਜਿਹੜਾ ਵੀ ਸੁਣਦਾ ਸਭ ਨਿਹਾਲ ਹੋ ਜਾਂਦੇ। ਤੇ ਸਤਿਗੁਰੂ ਜੀ ਨੇ ਇਹ ਬਾਣੀ ਦਾ ਮਹਿਮਾ, ਬਾਣੀ ਦੀ ਨਾਮ ਦੀ ਮਹਿਮਾ, ਨਾਮ ਸੁਣਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕੋੜੀਆਂ ਦੇ ਕੋੜ ਰਾਜੀ ਕੀਤੇ। ਜਿੱਥੇ ਸਤਿਗੁਰੂ ਜੀ ਨੂੰ ਉਹ ਕੋੜੀ ਜਿਹੜਾ ਸੀ ਉਹ ਦਰਸ਼ਨ ਵੇਖ ਕੇ ਉਹਦੇ ਮਨ ਨੂੰ ਸਕੂਨ ਮਿਲਿਆ। ਤੇ ਜਦੋਂ ਹਨੇਰਾ ਪੈਣ ਲੱਗਾ ਤੇ ਫਿਰ ਤੜਫਣ ਲੱਗਾ ਜਦੋਂ ਦਰਸ਼ਨ ਹੋਣੋਂ ਹਟੇ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚ ਰਿੜਦਾ ਹੋਇਆ ਆ ਗਿਆ। ਉਹਦੇ ਵੱਲ ਵੇਖ ਕੇ ਸਤਿਗੁਰੂ ਜੀ ਨੇ ਫਿਰ ਆਪਣੇ ਮੁਖ ਤੋਂ ਸ਼ਬਦ ਉਚਾਰਿਆ ਸੀ, ਜਿਹੜਾ ਉਹਨੂੰ ਨਾਮ ਸੁਣਾਇਆ। ਉਹ ਧਨਾਸਰੀ ਮਹੱਲਾ ਪਹਿਲਾ। ਜਦੋਂ ਆਪਾਂ ਕਈ ਵਾਰੀ ਸ਼੍ਰੀ ਮੁਖਵਾਕ ਲਈਏ ਤੇ ਮਹਾਰਾਜ ਦਾ ਸ਼੍ਰੀ ਮੁਖਵਾਕ ਵੀ ਆਉਂਦਾ ਨਾ, ਕਈ ਕਹਿੰਦੇ ਹੁੰਦੇ ਆ ਇਉਂ ਕਿ ਮਹਾਰਾਜ ਦਾ ਜਿਹੜੇ ਸ਼੍ਰੀ ਮੁਖਵਾਕ ਅੱਜ ਜਿਹੜਾ ਨਾ ਉਹ ਚੰਗਾ ਨਹੀਂ ਆਇਆ। ਚੰਗਾ ਮਹਾਰਾਜ ਸਾਹਿਬ ਦਾ ਮੁਖਵਾਕ ਚੰਗਾ ਹੀ ਹੁੰਦਾ, ਆਪਣੇ ਮਨ ਦੀ ਅਵਸਥਾ ਚੰਗੀ ਮਾੜੀ ਹੁੰਦੀ ਹੈ। ਤੇ ਪਰ ਮਹਾਰਾਜ ਦੀ ਬਾਣੀ ਤਾਂ ਸਦਾ ਹੀ ਉੱਤਮ ਹੈ। ਤੇ ਭੁਲੇਖੇ ਨਾਲ ਕਈ ਵਾਰੀ ਉਹ ਸਿੱਖ ਕਹਿ ਦਿੰਦੇ ਆ, ਤੇ ਮਹਾਰਾਜ ਸਾਹਿਬ ਜੀ ਨੇ ਉਹਦੇ ਕੋੜੀ ਦਾ ਕੋੜ ਦੂਰ ਕੀਤਾ ਉਹ ਸ਼ਬਦ ਉਚਾਰ ਕੇ। ਫਿਰ ਮਾੜਾ ਕਿਵੇਂ ਹੋ ਸਕਦਾ?
ਤੇ ਮਹਾਰਾਜ ਨੇ ਕਿਹਾ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰ ਲਾਏ। ਇਉਂ ਸਤਿਗੁਰੂ ਜੀ ਨੇ ਕਿਹਾ ਕਿ ਨਾਮ ਤੋਂ ਬਿਨਾਂ, ਨਾਮ ਦੇ ਸੁਣਨ ਤੋਂ ਬਿਨਾਂ ਕੀ ਹੁੰਦਾ, ਜੀਆਂ ਦੇ ਵਕਾਰਾਂ ਨਾਲ ਬਾਰ-ਬਾਰ ਹਿਰਦੇ ਤਪਦੇ ਆ, ਵਾਸ਼ਨਾਵਾਂ ਅੰਦਰ ਗੇੜੇ ਲਾਉਂਦੀਆਂ ਨੇ, ਤੇ ਫਿਰ ਤਪ ਤਪ ਕੇ ਉਹਨਾਂ ਵਿੱਚ ਹੀ ਖਪਦੇ ਜਾਂਦੇ ਆ, ਨਾਸ਼ ਹੁੰਦੇ ਜਾਂਦੇ ਆ। ਬਹੁਤ ਜ਼ਿਆਦਾ ਵਕਾਰ ਖੇੜਾ ਨਹੀਂ ਛੱਡਦੇ, ਕਿਉਂਕਿ ਮਹਾਰਾਜ ਨੇ ਕਿਹਾ ਤਨ ਬਾਣੀ ਵਿਸਰ ਜਾਏ। ਜਿਸ ਤਨ ਸਰੀਰ ਵਿੱਚੋਂ ਨਿਰੰਕਾਰ ਦਾ ਨਾਮ ਵਿਸਰ ਜਾਂਦਾ ਹੈ, ਬਾਣੀ ਭੁੱਲ ਜਾਂਦੀ ਹੈ, ਉਹ ਏਦਾਂ ਬਿਰਲਾਪ ਕਰਦੇ ਜਿਵੇਂ ਪੱਕਾ ਰੋਗੀ ਹੁੰਦਾ, ਕੋੜੀ। ਹੋਰ ਅਸਾਧ ਰੋਗ ਜਿਹੜੇ ਸਰੀਰ ਨੂੰ ਚਿੰਬੜ ਜਾਂਦੇ, ਉਹ ਫਿਰ ਏਦਾਂ ਹੀ ਰੋਂਦੇ ਕਰਲਾਉਂਦੇ ਰਹਿੰਦੇ ਆ, ਬਿਰਲਾਪ ਕਰਦੇ ਰਹਿੰਦੇ ਆ। ਨਾਮ ਦੇ ਸੁਣਨ ਨਾਲ ਜਿਹੜਾ ਉਹ ਸਾਰੇ ਰੋਗ ਕੱਟੇ ਜਾਂਦੇ ਆ। ਸੁਣਿਆ ਦੁਖ ਪਾਪ ਕਾ ਨਾਸ, ਨਾਮ ਦੇ ਸੁਣਨੇ ਕਰਕੇ ਦੁੱਖਾਂ ਦਾ, ਪਾਪਾਂ ਦਾ ਸਰਵਨਾਸ਼ ਹੋ ਜਾਂਦਾ ਹੈ। ਇਸ ਕਰਕੇ ਜਦੋਂ ਆਪਾਂ ਕੋਈ ਰੋਗ ਦੀ ਨਿਵਰਤੀ ਵਾਸਤੇ ਜਿੱਦਾਂ ਦਵਾਈ ਆਦਿਕ ਵੀ ਲੈਂਦੇ ਆ ਨਾ, ਜਿਵੇਂ ਬੀਬੀ ਜੀ ਦਵਾਈਆਂ ਦਾ ਵੀ ਉਪਰਾਲਾ ਕਰਦੇ ਆ, ਪਰ ਉਹਨਾਂ ਨੇ ਨਾਲ ਇਹ ਵੀ ਲਿਖਿਆ ਹੁੰਦਾ ਨਾ ਕਿ ਭਾਈ ਪਹਿਲੋਂ ਨਾਮ ਦੇ ਵਿੱਚ ਵਿਸ਼ਵਾਸ ਕਰਨਾ। ਇਹ ਗੁਰਬਾਣੀ ਸੇਵਾ ਜਿਹੜਾ ਹੈ ਉਹ ਨਾਮ ਭਾਈ ਸਾਹਿਬ ਜੀ ਨੇ ਵੀ ਰੱਖਿਆ, ਤੇ ਉਹ ਜਿਹੜਾ ਹੈ ਨਿਸ਼ਚਾ ਜੇ ਨਾਮ ਤੇ ਨਾ ਟਿਕਾਈਏ। ਤੇ ਬੀਬੀ ਜੀ ਦੱਸਦੇ ਸੀ, ਕਹਿੰਦੇ ਜੇ ਆਪਾਂ ਕਹਿ ਦਿੰਦੇ ਆ ਕਿ ਜੇ ਚੌਪਈ ਸਾਹਿਬ ਦੇ ਪਾਠ ਨਹੀਂ ਕੀਤੇ ਤੇ ਇਕੱਲਾ ਦਵਾਈ ਨੇ ਅਸਰ ਨਹੀਂ ਕਰਨਾ, ਨਾਮ ਨੇ ਅਸਰ ਕਰਨਾ। ਤੇ ਭਾਈ ਫਿਰ ਜੇ ਆਪਾਂ ਮਹਾਰਾਜ ਜੀ ਦੇ ਨਾਮ ਤੇ ਸ਼ਰਧਾ ਰੱਖਾਂਗੇ ਤਾਂ ਦਵਾਈ ਵੀ ਜ਼ਰੂਰ ਲੈਣੀ ਚਾਹੀਦੀ ਹੈ, ਪਰ ਜਿਹੜਾ ਹੈ ਉਹ ਦੁੱਖਾਂ ਦਾ ਨਾਸ਼ਕ ਵਾਹਿਗੁਰੂ ਦੇ ਨਾਮ ਨੂੰ ਜਾਣਨਾ। ਕਿਉਂਕਿ ਨਾਮ ਦੇ ਸੁਣਨੇ ਕਰਕੇ ਜਿਹੜੀ ਕਲਾ ਅੰਦਰ ਵਰਤਦੀ ਹੈ ਨਾ, ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੱਡੀ ਮਹਿਮਾ ਨਾਮ ਦੀ ਰੱਖੀ। ਉੱਥੋਂ ਇੰਨੇ ਦੁਖੀ ਲੋਕ ਜਿਹੜੇ ਸੁਖੀ ਹੁੰਦੇ ਆ, ਅੰਨਿਆਂ ਨੂੰ ਅੱਖਾਂ ਦੀ ਜੋਤ ਮਿਲਦੀ ਹੈ। ਫਿਰ ਕਿੰਨੇ ਲੋਕ ਜਿਹੜੇ ਕਿੰਨੇ ਅਸਾਧ ਰੋਗਾਂ ਨੂੰ, ਉਹ ਭਾਰਦਵਾਜ ਦਾ ਕਿੰਨਾ ਤੁਸੀਂ ਸੁਣ ਲਓ, ਉਹਨੂੰ ਕਿਹੋ ਜਿਹਾ ਕੈਂਸਰ ਹੋਇਆ ਸੀਗਾ, ਤੇ ਇਹ ਹਰ ਵੇਲੇ ਅੱਠੇ ਪੈਰ ਉੱਥੇ ਨਾਮ ਦਾ ਜਸ ਜਿਹੜਾ ਹੋ ਰਿਹਾ ਹੈ। ਤੇ ਨਾਮ ਦੇ ਸੁਣਨੇ ਕਰਕੇ ਉਹਨੇ ਭਾਰਦਵਾਜ ਨੇ ਲਿਖਿਆ ਵੀ ਆ ਤੇ ਸਟੇਜਾਂ ਤੇ ਵੀ ਬੋਲਿਆ ਕਿ ਜਦੋਂ ਮੱਧ ਤੱਕ ਮੈਂ ਉੱਠ ਕੇ ਬਹਿ ਗਿਆ ਸੀ, ਕਹਿੰਦੇ ਬਾਣੀ ਦੇ ਸੁਣਨ ਕਰਕੇ, ਬਾਣੀ ਦੇ ਸੁਣਨ ਨਾਲ। ਤੇ ਫੱਟੇ ਤੇ ਪਾ ਕੇ ਲੈ ਕੇ ਆਏ ਸੀ ਉਹਨੂੰ, ਤੇ ਕਹਿੰਦੇ ਜਦੋਂ ਭੋਗ ਦੀ ਅਰਦਾਸ ਸੀ, ਉਹ ਅਰਦਾਸ ਵਿੱਚ ਖਲੋ ਕੇ ਹਾਜ਼ਰੀ ਭਰੀ ਸੀ ਉਹਨੇ। ਸੁਣਿਆ ਦੁਖ ਪਾਪ ਕਾ ਨਾਸ, ਮਹਾਰਾਜ ਦੇ ਨਾਮ ਦੇ ਮਹਿਮਾ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਸਭ ਨਾਸ਼ ਹੋ ਜਾਂਦਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਸੰਖੇਪ ਰੂਪ ਵਿੱਚ ਆਪਾਂ ਵਿਚਾਰ ਕੀਤੀ ਹੈ। ਤੋਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਪ੍ਰੀਤ ਬਖਸ਼ਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਸੁੱਧ ਪੜ੍ਹੀਏ। ਤੋਂ ਇੱਥੇ ਸਮਾਪਤੀ ਹੈ ਅੱਜ ਦੀ। ਕੱਲ ਦੀ ਛੁੱਟੀ ਹੋਊਗੀ, ਪਰਸੋਂ ਵੀ ਮੈਨੂੰ ਲੱਗਦਾ ਛੁੱਟੀ, ਆਪਾਂ ਫਿਰ 2 ਦਿਨ। ਤੇ ਆਪਾਂ ਜਿਹੜਾ ਹੈ ਤੁਹਾਡੇ ਕੋਲ ਸੋਮਵਾਰ ਦੇ ਸ਼ਾਮ ਨੂੰ ਜਿਹੜੀ ਆ ਉਹ ਆਪਣੀ ਫਿਰ ਸ਼ੁਰੂਆਤ ਹੋਊਗੀ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। 2 ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਈਏ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।